ਰਾਜਵਿੰਦਰ ਜੀ ਇਕਨੋਮਿਕਸ ਲੈਕਚਰਰ ਬਹੁਤ ਬਹੁਤ ਸਵਾਗਤ ਰੀਅਲ ਇਨਫੋ ਦੇ ਸਟੂਡੀਓ ਵਿੱਚ। ਧੰਨਵਾਦ ਰੀਅਲ ਇਨਫੋ ਦਾ ਵੀ ਜਿਨ੍ਹਾਂ ਨੇ ਸਾਨੂੰ ਸਟੂਡੀਓ ਦਿੱਤਾ। ਤੇ ਰਾਜਵਿੰਦਰ ਜੀ ਤੁਹਾਡੇ ਸੈਮੀਨਾਰ ਬਹੁਤ ਵਧੀਆ ਚੱਲੇ। ਮੈਂ ਸੁਣਿਆ ਕਿ ਤੁਸੀਂ ਬਹੁਤ ਵਧੀਆ ਟੌਪਿਕਸ ਪੜ੍ਹਾਏ ਹੈਗੇ ਨੇ ਟੀਚਰ ਟ੍ਰੇਨਿੰਗ ਵਿੱਚ। ਜਿਹੜਾ ਮੋਨਿਟਰੀ ਪਾਲਿਸੀ ਹੈਗਾ ਆ ਕਿਤੇ ਨਾ ਕਿਤੇ ਬੱਚਿਆਂ ਨੂੰ ਤੇ ਟੀਚਰਸ ਨੂੰ ਕਈ ਵਾਰ ਸਮਝਣ ਵਿੱਚ ਬੜੀ ਮੁਸ਼ਕਲ ਆਉਂਦੀ ਆ। ਇਸ ਕਰਕੇ ਅਸੀਂ ਤੁਹਾਨੂੰ ਖੇਚਲ ਦਿੱਤੀ ਹੈਗੀ ਆ ਕਿ ਇਹਨਾਂ ਨੂੰ ਆਪਣੇ ਆਸਾਨ ਸ਼ਬਦਾਂ ਵਿੱਚ ਤੁਸੀਂ ਦੱਸੋ। ਤੇ ਇਹ ਵੀਡੀਓ ਜਦੋਂ ਹਜ਼ਾਰਾਂ ਟੀਚਰਾਂ ਤੱਕ ਪਹੁੰਚੇ, ਹਜ਼ਾਰਾਂ ਬੱਚਿਆਂ ਤੱਕ ਪਹੁੰਚੇ ਤੇ ਕਿਤੇ ਨਾ ਕਿਤੇ ਉਹਨਾਂ ਦਾ ਵਿਕਾਸ ਹੋਵੇ। ਕਿਉਂਕਿ ਇਕਨੋਮਿਕਸ ਜਿਹੜਾ ਸਬਜੈਕਟ ਹੈ ਕਈ ਵਾਰ ਰੁੱਖਾ ਜਿਹਾ ਵੀ ਕਿਹਾ ਜਾਂਦਾ ਹੈ ਕਿ ਜੀ ਪੈਸੇ ਨਾਲ ਰਿਲੇਟਡ ਹੈਗਾ ਆ, ਪਰ ਜਦੋਂ ਤੁਸੀਂ ਪੜ੍ਹਾਉਂਦੇ ਜੇ ਕਿਤੇ ਨਾ ਕਿਤੇ ਲੱਗਦਾ ਹੈ ਕਿ ਰੋਜ਼ ਦੀ ਜਿਹੜੀ ਵਾਬਸਤਾ ਜ਼ਿੰਦਗੀ ਹੋ ਰਹੀ ਹੈਗੀ ਆ ਉਹਦੇ ਨਾਲ ਇਹ ਜੁੜਿਆ ਹੋਇਆ ਆ। ਹੁਣ ਵਰਡ ਤੇ ਬੜਾ ਔਖਾ ਜਿਹਾ ਲੱਗ ਰਿਹਾ ਜੀ ਮੋਨਿਟਰੀ ਪਾਲਿਸੀ, ਪਰ ਅਸੀਂ ਤੁਹਾਡੇ ਕੋਲ ਸਮਝਣਾ ਚਾਹੁੰਦੇ ਹੈਗੇ ਆ ਕਿ ਇਹ ਤੋਂ ਕੀ ਭਾਵ ਹੈਗਾ ਆ, ਕੀ ਕਹਿਣਾ ਚਾਹੁੰਦੇ ਜੀ ਮੋਨਿਟਰੀ ਪਾਲਿਸੀ। ਪਹਿਲਾਂ ਸਵਾਗਤ ਤੁਹਾਡਾ। ਥੈਂਕ ਯੂ ਅੰਮ੍ਰਿਤਪਾਲ ਜੀ, ਤੁਸੀਂ ਅੱਜ ਮੌਕਾ ਦਿੱਤਾ ਮੌਦਰਿਕ ਨੀਤੀ ਦੇ ਉੱਤੇ ਇਕਨੋਮਿਕਸ ਦੇ ਬਹੁਤ ਮੇਜਰ ਟੌਪਿਕ ਦੇ ਉੱਤੇ ਗੱਲਬਾਤ ਕਰਨ ਦੇ ਲਈ। ਸਾਡੇ ਸੈਮੀਨਾਰ ਜਿਹੜੇ ਲੈਕਚਰਰ ਸਾਹਿਬਾਨ ਦੇ ਇਕਨੋਮਿਕਸ ਦੇ ਲੱਗੇ ਸਨ ਜੀ, ਉਹਦੇ ਵਿੱਚ ਅਸੀਂ ਕਾਫੀ ਟੌਪਿਕਸ ਜਿਹੜੇ ਨੇ ਡਿਸਕਸ ਕੀਤੇ। ਸਾਡੇ ਜ਼ਿਲ੍ਹੇ ਦੀ ਟੀਮ ਜਿਹੜੀ ਹੈ, ਸਾਡੇ DRP ਇੰਚਾਰਜ ਵਿਜੇ ਰਾਣਾ ਜੀ, ਹੋਰ ਕਾਫੀ ਸਾਥੀ ਨੇ, ਉਹਨਾਂ ਨੇ ਬਹੁਤ ਵਧੀਆ ਤਰੀਕੇ ਨਾਲ ਇਸ ਟੌਪਿਕ ਨੂੰ ਅਧਿਆਪਕ ਸਾਥੀਆਂ ਦੇ ਨਾਲ ਸਾਂਝਾ ਕੀਤਾ। ਔਰ ਅੱਜ ਇਹ ਬਹੁਤ ਵਧੀਆ ਤਰੀਕਾ ਹੈ ਕਿ ਅੱਜ ਅਸੀਂ YouTube ਦੇ ਪਲੇਟਫਾਰਮ ਦੇ ਉੱਤੇ ਟੌਪਿਕ ਜਿਹੜੇ ਸਾਂਝੇ ਕਰਨ ਜਾ ਰਹੇ ਹਾਂ। ਔਰ ਮੈਂ ਆਸ ਕਰਦਾ ਇਹਦੇ ਤੋਂ ਮੇਰੇ ਅਧਿਆਪਕ ਸਾਥੀ ਔਰ ਵਿਦਿਆਰਥੀ ਸਾਰੇ ਲਾਹੇਵੰਦ ਹੋਣਗੇ। ਇਹ ਟੌਪਿਕ ਸ਼ੁਰੂ ਕਰਨ ਤੋਂ ਪਹਿਲੇ ਇੱਕ ਚੀਜ਼ ਹੋਰ ਮੈਂ ਕਲੀਅਰ ਕਰਾਂ ਜੀ ਕਿ ਮੌਦਰਿਕ ਨੀਤੀ ਦੇ ਨਾਲ ਇੱਕ ਹੋਰ ਨੀਤੀ ਹੈ ਜਿਹੜੀ ਦੇਸ਼ ਦੇ ਵਿੱਚ ਸਰਕਾਰਾਂ ਦੁਆਰਾ ਬਣਾਈ ਜਾਂਦੀ ਹੈ, ਜਿਹਨੂੰ ਅਸੀਂ ਰਾਜਕੋਸ਼ੀ ਨੀਤੀ ਕਹਿੰਦੇ ਹਾਂ ਜੀ। ਰਾਜਕੋਸ਼ੀ ਨੀਤੀ ਫਿਸਕਲ ਪਾਲਿਸੀ ਔਰ ਮੌਦਰਿਕ ਨੀਤੀ ਯਾਨੀ ਕਿ ਮੋਨਿਟਰੀ ਪਾਲਿਸੀ। ਇਹਨਾਂ ਦੋਨਾਂ ਦਾ ਇੱਕ ਮੇਨ ਡਿਫਰੈਂਸ ਹੈ ਜਿਹੜਾ ਬੱਚਿਆਂ ਨੂੰ ਕਲੀਅਰ ਹੋਣਾ ਚਾਹੀਦਾ ਹੈ ਕਿ ਰਾਜਕੋਸ਼ੀ ਨੀਤੀ ਜਿਹੜਾ ਉਹ ਰਾਜ ਯਾਨੀ ਸਰਕਾਰ ਦੇ ਦੁਆਰਾ ਬਣਾਈ ਜਾਂਦੀ ਹੈ, ਜਿਹੜਾ ਮਿਨਿਸਟਰੀ ਆਫ ਫਾਈਨਾਂਸ ਹੈ ਸਰਕਾਰ ਦੀ, ਉਹ ਬਣਾਉਂਦੀ ਹੈ। ਔਰ ਮੋਨਿਟਰੀ ਪਾਲਿਸੀ ਜਿਹੜੀ ਹੈ ਉਹ ਕਿਸੇ ਦੇਸ਼ ਦਾ ਸੈਂਟਰਲ ਬੈਂਕ ਬਣਾਉਂਦਾ ਹੈ। ਫੋਰ ਐਗਜ਼ਾਮਪਲ ਸਾਡੇ ਦੇਸ਼ ਦਾ ਸੈਂਟਰਲ ਬੈਂਕ RBI ਹੈ, ਤੇ ਇਸ ਕਰਕੇ ਇਹ ਪਾਲਿਸੀ ਜਿਹੜੀ ਹੈ ਉਹ RBI ਦੁਆਰਾ ਬਣਾਈ ਜਾਂਦੀ ਹੈ। ਜਿਸ ਤਰੀਕੇ ਨਾਲ ਪਹਿਲੇ ਪਤਾ ਹੈ ਕਿ ਰਾਜਕੋਸ਼ੀ ਨੀਤੀ ਦਾ ਮੇਨ ਸੰਬੰਧ ਤਾਂ ਸਰਕਾਰ ਦੀ ਇਨਕਮ ਔਰ ਐਕਸਪੈਂਡੀਚਰ ਦੇ ਨਾਲ ਹੈ। ਰੈਵਨਿਊ ਕਿੱਦਾਂ ਜਨਰੇਟ ਹੋਣਾ, ਐਕਸਪੈਂਡੀਚਰ ਕਿੱਦਾਂ ਕਰਨਾ, ਕਿਹੜੀ ਟੈਕਨੀਕ ਵਰਤਦੀ ਹੈ, ਜਿਸ ਤਰੀਕੇ ਨਾਲ ਦੇਸ਼ ਦੇ ਵਿੱਚ ਐਕਸੈਸ ਡਿਮਾਂਡ ਔਰ ਡੈਫਿਸਿਟ ਡਿਮਾਂਡ ਨੂੰ ਜਿਹੜਾ ਹੈ ਕੰਟਰੋਲ ਕੀਤਾ ਜਾਏ। ਉਸੇ ਤਰੀਕੇ ਦੇ ਨਾਲ ਮੌਦਰਿਕ ਨੀਤੀ ਦਾ ਜਿਹੜਾ ਸੰਬੰਧ ਹੈ ਉਹ ਵੀ ਦੇਸ਼ ਦੇ ਵਿੱਚ ਮੁਦਰਾ ਦੀ ਪੂਰਤੀ ਯਾਨੀ ਸਪਲਾਈ ਆਫ ਮਨੀ ਜਿਹੜੀ ਹੈ ਦੇਸ਼ ਦੇ ਵਿੱਚ, ਉਹਨੂੰ ਕਿਸ ਤਰੀਕੇ ਮੇਨਟੇਨ ਕਰਨਾ ਹੈ, ਰੇਟ ਆਫ ਇੰਟਰਸਟ ਨੂੰ ਮੇਨਟੇਨ ਕਰਨਾ ਹੈ, ਬੈਂਕਸ ਨੂੰ ਕਿਸ ਤਰੀਕੇ ਨਾਲ ਮਨੀ ਸਪਲਾਈ ਮਾਰਕੀਟ 'ਚ ਭੇਜਣ ਬਾਰੇ ਦੱਸਣਾ ਹੈ, ਗਾਈਡਲਾਈਨ ਦੇਣੀਆਂ ਹਨ ਔਰ ਕਿਸ ਤਰ੍ਹਾਂ ਅਵੇਲੇਬਲ ਕਰਵਾਉਣੀ ਹੈ ਮਨੀ। ਇਹ ਸਾਰੀ ਨੀਤੀ, ਇਹ ਸਾਰੀ ਪਾਲਿਸੀ ਜਿਹੜੀਆਂ ਨੇ ਉਹ ਮੌਦਰਿਕ ਨੀਤੀ ਦੇ ਅੰਡਰ ਆਉਂਦੀਆਂ ਹਨ। ਯਾਨੀ ਕਿਸੇ ਦੇਸ਼ ਦੀ ਸਰਕਾਰ ਜਾਂ ਕੇਂਦਰੀ ਬੈਂਕ ਮੁਦਰਾ ਦੀ ਪੂਰਤੀ, ਉਸਦੀ ਲਾਗਤ, ਉਪਲਬਧਤਾ ਨੂੰ ਕੰਟਰੋਲ ਕਰਦਾ ਹੈ, ਉਹ ਮੌਦਰਿਕ ਨੀਤੀ ਕਿਹਾ ਜਾਂਦਾ ਹੈ। ਇਹਦਾ ਮਤਲਬ ਕਿ ਜਿਹੜੀ ਮੌਦਰਿਕ ਨੀਤੀ ਆ ਬਣਾਈ ਕਿਹਦੇ ਦੁਆਰਾ ਜਾ ਰਹੀ ਹੈ? ਸੈਂਟਰਲ ਬੈਂਕ ਦੇ ਦੁਆਰਾ, ਕੇਂਦਰੀ ਬੈਂਕ। ਜਿਹੜੀ ਤੁਸੀਂ ਪਹਿਲਾਂ ਦੱਸੀ ਸੀ ਰਾਜਕੋਸ਼ੀ, ਉਹ ਸਰਕਾਰ। ਇਹ ਪਹਿਲਾ ਡਿਫਰੈਂਸ ਤਾਂ ਇਹੋ ਹੀ ਹੋ ਗਿਆ। ਤੁਸੀਂ ਬਹੁਤ ਵਧੀਆ ਤਰੀਕੇ ਨਾਲ ਦੱਸਤਾ ਕਿ ਜੇ ਬੱਚੇ ਇੰਨਾ ਹੀ ਦੱਸ ਪਾਉਣ ਕਿ ਉਹ ਬਣਾਈ ਕਿਸ ਦੁਆਰਾ ਜਾ ਰਹੀ ਹੈ ਤੇ ਕਿਤੇ ਨਾ ਕਿਤੇ ਕਲੀਅਰ ਹੋ ਜਾਂਦਾ। ਹੁਣ ਤੁਸੀਂ ਅਰਥ ਦੇ ਜੇ ਸਮਝਾਤਾ, ਅਸੀਂ ਹੁਣ ਜਾਣਨਾ ਚਾਹਾਂਗੇ ਕਿ ਕੋਈ ਵੀ ਜਿਹੜੀ ਪਾਲਿਸੀ ਹੁੰਦੀ ਆ ਉਹਦੀ ਲੋੜ ਹੁੰਦੀ ਆ ਅਕਸਰ ਤਾਂ ਤੋਂ ਬਣਾਈ ਜਾਂਦੀ ਹੈਗੀ ਆ। ਜਿਹੜੀ ਆ ਮੋਨਿਟਰੀ ਪਾਲਿਸੀ ਹੈਗੀ ਆ ਇਹਦੀ ਕੀ ਲੋੜ ਹੈਗੀ, ਕਿਉਂ RBI ਇਹਨੂੰ ਬਣਾਵੇ? ਬਹੁਤ ਇੰਪੋਰਟੈਂਟ ਕੁਐਸਚਨ ਹੈ ਜੀ। ਕੋਈ ਪਾਲਿਸੀ ਅਸੀਂ ਬਣਾਉਂਦੇ ਹਾਂ ਤੇ ਕਿਉਂ ਬਣਾਉਂਦੇ ਹਾਂ, ਉਹਦਾ ਕੀ ਕੰਮ ਹੈ, ਕੀ ਉਹਦਾ ਫਾਇਦਾ ਹੈ, ਕਿਸ ਤਰੀਕੇ ਉਹਨੂੰ ਲਾਗੂ ਕੀਤਾ ਜਾਂਦਾ ਹੈ, ਮੇਨ ਇੰਪੋਰਟੈਂਟ ਕੁਐਸਚਨ ਨੇ। ਉਹਦੇ ਵਿੱਚ ਜੇ ਮੌਦਰਿਕ ਨੀਤੀ ਦੀ ਅਸੀਂ ਗੱਲ ਕਰੀਏ ਤੇ ਉਹਦੇ ਵਿੱਚ ਸਭ ਤੋਂ ਇੰਪੋਰਟੈਂਟ ਆ ਜਾਂਦਾ ਘੱਟ ਮੰਗ ਦੀ ਸਥਿਤੀ ਦੇਸ਼ ਦੇ ਵਿੱਚ। ਹਾਂਜੀ ਬਿਲਕੁਲ, ਦੇਸ਼ ਦੇ ਵਿੱਚ ਜਦੋਂ ਡਿਫਲੇਸ਼ਨ ਹੈ ਯਾਨੀ ਕੰਮ ਨਹੀਂ ਹੈ, ਰੁਜ਼ਗਾਰ ਨਹੀਂ ਹੈ, ਲੋਕਾਂ ਦੇ ਕੋਲ ਪੈਸੇ ਨਹੀਂ ਹੈ ਖਰਚਣ ਦੇ ਲਈ, ਇਸ ਤਰੀਕੇ ਦੀ ਸਿਚੁਏਸ਼ਨ ਹੈ ਕਿ ਲੋਕਾਂ ਕੋਲ ਰੁਜ਼ਗਾਰ ਦੀ ਸਿਚੁਏਸ਼ਨ ਬਹੁਤ ਘੱਟ ਹੈ, ਘੱਟ ਮੰਗ ਦੀ ਸਥਿਤੀ ਦੇ ਵਿੱਚ ਕੁੱਲ ਮੰਗ ਪੂਰਨ ਰੁਜ਼ਗਾਰ ਦੇ ਅਨੁਰੂਪ ਲੋੜੀਂਦੀ ਜਿਹੜੀ ਪਾਲਿਸੀ ਹੈ, ਮੌਦਰਿਕ ਨੀਤੀ ਹੈ, ਉਹਦਾ ਜਿਹੜਾ ਨਿਰਧਾਰਨ ਕਰਨਾ ਪੈਂਦਾ ਹੈ, ਜਿਸ ਦੇ ਨਾਲ ਕਿ ਮੰਗ ਜਿਹੜੀ ਹੈ ਉਹ ਵਧੇ। ਘੱਟ ਮੰਗ ਤੋਂ ਵੱਧ ਮੰਗ, ਹਾਂਜੀ ਆਪਾਂ ਉਹਨੂੰ ਵਧਾਉਣਾ ਚਾਹੁੰਦੇ ਆ। ਬਿਲਕੁਲ, ਉਹਦੇ ਲਈ ਕਿਤੇ ਨਾ ਕਿਤੇ ਜਿਹੜੀ ਆ ਮੌਦਰਿਕ ਨੀਤੀ ਦੀ ਲੋੜ ਹੋਏਗੀ। ਯਾਨੀ ਲੋਕਾਂ ਦੀ ਆਮਦਨ ਜਿਹੜੀ ਹੈ ਉਹਨੂੰ ਵਧਾਉਣ ਨਾਲ ਸੰਬੰਧ ਰੱਖਦੀ ਹੈ। ਕਿਸ ਤਰੀਕੇ ਦੇਸ਼ 'ਚ ਰੁਜ਼ਗਾਰ ਜਿਹੜਾ
ਕ੍ਰੀਏਟ ਕੀਤਾ ਜਾਏ, ਜੀ, ਜੀ। ਬੇਰੁਜ਼ਗਾਰੀ ਘਟੇ, ਉਤਪਾਦਨ ਵਧੇ, ਦੇਸ਼ ਦਾ ਵਿਕਾਸ ਹੋਵੇ। ਜੀ। ਇਸ ਤਰੀਕੇ ਦੀ ਪਾਲਿਸੀ ਜਿਹੜੀ ਮੋਨਿਟਰੀ ਪਾਲਿਸੀ ਜਾਂ ਮੌਦਰਿਕ ਨੀਤੀ ਜਿਹੜੀ ਅਸੀਂ ਅਪਣਾਉਂਦੇ ਹਾਂ, ਉਹ ਅਸੀਂ ਕਹਿ ਸਕਦੇ ਹਾਂ ਕਿ ਘੱਟ ਮੰਗ ਵਾਲੀ ਸਥਿਤੀ ਦੇ ਵਿੱਚ। ਜੀ, ਇਹਦੀ ਦੂਸਰੀ ਸਥਿਤੀ ਵੀ ਦਿਖਾ ਰਹੇ ਹੈਗੇ ਨੇ ਕਿ ਕੀ ਨਾ ਆ ਵੱਧ ਮੰਗ ਦੀ ਸਥਿਤੀ ਵਿੱਚ ਵੀ ਸਾਨੂੰ ਕੁਝ ਕਰਨਾ ਪਏਗਾ ਫਿਰ। ਬਿਲਕੁਲ ਜੀ, ਬਿਲਕੁਲ ਉਸ ਤੋਂ ਉਲਟ ਗੱਲ ਚੱਲ ਜਾਂਦੀ ਹੈ। ਵੱਧ ਮੰਗ ਦੀ ਸਥਿਤੀ ਯਾਨੀ ਇਨਫਲੇਸ਼ਨ ਵਾਲੀ ਕੰਡੀਸ਼ਨ, ਜਿਸ ਕੰਡੀਸ਼ਨ ਦੇ ਵਿੱਚ ਦੇਸ਼ ਦੇ ਵਿੱਚ ਕੀਮਤਾਂ ਬਹੁਤ ਵੱਧ ਰਹੀਆਂ ਨੇ, ਇਨਫਲੇਸ਼ਨ ਬਹੁਤ ਜ਼ਿਆਦਾ ਹੈ, ਯਾਨੀ ਕਿ ਜਿਹੜੀ ਚੀਜ਼ ਹੈ ਉਹ ਡਿਮਾਂਡ ਨਾਲੋਂ ਘੱਟ ਅਵੇਲੇਬਲ ਹੈ, ਜਿੰਨੀ ਉਹਦੀ ਸਪਲਾਈ ਹੈ ਉਹ ਡਿਮਾਂਡ ਨਾਲੋਂ ਘੱਟ ਹੈ। ਇਸ ਦੇ ਸਿੱਟੇ ਵੱਲੋਂ ਕੀ ਹੋ ਜਾਂਦੀ ਹੈ, ਮੁਦਰਾਸਫੀਤੀ ਪੈਦਾ ਹੋ ਜਾਂਦੀ ਹੈ, ਕੀਮਤਾਂ ਲਗਾਤਾਰ ਵਧਣੀਆਂ ਸ਼ੁਰੂ ਹੋ ਜਾਂਦੀਆਂ ਨੇ, ਆਮ ਲੋਕਾਂ ਤੇ ਬੁਰਾ ਪ੍ਰਭਾਵ ਪੈਂਦਾ ਹੈ ਔਰ ਲੋਕਾਂ ਦਾ ਜੀਵਨ ਯਾਪਨ ਕਰਨਾ ਹੀ ਬਹੁਤ ਜ਼ਿਆਦਾ ਔਖਾ ਹੁੰਦਾ ਹੈ। ਤੁਸੀਂ ਦੇਖ ਰਹੇ ਹੋ ਇਸ ਟਾਈਮ ਦੇ ਉੱਤੇ ਇਨਫਲੇਸ਼ਨ ਦੀ ਸਥਿਤੀ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਹੈ। ਸਾਡਾ ਦੇਸ਼ ਵੀ ਜਿਹੜਾ ਲਗਾਤਾਰ ਇਨਫਲੇਸ਼ਨ ਨਾਲ ਜੂਝ ਰਿਹਾ ਹੈ। ਇਸ ਸਰਕਾਰ ਕੇ ਸਾਡੀ ਸੈਂਟਰਲ ਬੈਂਕ ਜਿਹੜਾ ਹੈ ਆਰਬੀਆਈ ਬਹੁਤ ਸਾਰੀਆਂ ਜਿਹੜੀਆਂ ਉਹਨਾਂ ਨੇ ਮੈਜ਼ਰ ਜਿਹੜੇ ਨੇ ਪਿਛਲੇ ਦਿਨਾਂ 'ਚ ਲਏ ਹੋਣਗੇ ਔਰ ਜਿਸਦਾ ਤੁਸੀਂ ਅਖਬਾਰਾਂ 'ਚ ਪੜ੍ਹਿਆ ਵੀ ਹੋਏਗਾ ਉਸ ਬਾਰੇ ਜ਼ਿਕਰ, ਲੇਕਿਨ ਕਿਉਂਕਿ ਅਸੀਂ ਇਕਨੋਮਿਕਸ ਨਾਲ ਸੰਬੰਧ ਨਹੀਂ ਰੱਖਦੇ ਤੇ ਅਸੀਂ ਉਹਨਾਂ ਨੂੰ ਬਹੁਤ ਸਹੀ ਤਰੀਕੇ ਸਮਝ ਨਹੀਂ ਪਾਉਂਦੇ ਕਿ ਉਹ ਟਰਮਸ ਕੀ ਨੇ, ਕਿ ਜਿਹੜੀਆਂ ਮੈਜ਼ਰ ਕੀ ਨੇ ਜਿਹੜੇ ਕਿ ਕੋਈ ਰਿਜ਼ਰਵ ਬੈਂਕ ਆਫ ਇੰਡੀਆ ਸਾਡੇ ਦੇਸ਼ ਵਾਸਤੇ ਲੈ ਰਿਹਾ। ਕਈ ਵਾਰ ਉਹ ਕਹਿੰਦੇ ਨੇ ਕਿ ਵੀ ਰੈਪੋ ਰੇਟ ਵੱਧ ਗਿਆ ਜੀ, ਘਟ ਗਿਆ, ਇੰਨੇ ਪੁਆਇੰਟਸ ਵਿੱਚ ਘਟ ਗਿਆ, ਉਹ ਲਈ ਮੈਨੂੰ ਕਈ ਵਾਰ ਲੱਗਦਾ ਹੈ ਕਿ ਜਿਹੜਾ 0.5 ਕਹਿ ਰਹੇ ਨੇ ਭਲਾ ਇਹਨਾਂ ਕੀ ਫਰਕ ਪੈਂਦਾ ਹੋਊਗਾ, ਇਹ ਇੰਨਾ ਕਿਉਂ ਜੋਰ ਲਗਾ ਰਹੇ ਜੀ, ਇਹਨੂੰ ਕਿਉਂ ਵਧਾ ਰਹੇ ਜੀ, ਕਿਉਂ ਘਟਾ ਰਹੇ ਆ। ਪਰ ਤੁਸੀਂ ਕਲੀਅਰ ਕਰ ਰਹੇ ਜੀ ਕਿ ਆ ਜਿਹੜਾ ਚੱਕਰ ਹੁੰਦਾ ਆ ਇਹਦੇ ਵਿੱਚ ਕਿਤੇ ਨਾ ਕਿਤੇ ਜਿਹੜਾ ਫਰਕ ਹੈਗਾ ਉਹ ਫਰਕ ਪਾ ਰਿਹਾ ਹੁੰਦਾ ਆ, ਕਿਉਂਕਿ ਕਿਤੇ ਨਾ ਕਿਤੇ ਆਪਾਂ ਇਕਨੋਮਿਕਸ ਵਿੱਚ ਵੇਖਦੇ ਨਾ ਕਿਤੇ ਡਿਪਰੈਸ਼ਨ ਆ ਰਿਹਾ, ਕਿਤੇ ਬੂਮ ਆ ਰਿਹਾ ਹੈਗਾ ਆ, ਤੇ ਇਹਦੇ ਵਿੱਚ ਉਹ ਆਪਣੀ ਪਾਲਿਸੀ ਉਹਨੂੰ ਐਡਜਸਟ ਕਰਦੇ ਰਹਿੰਦੇ ਆ ਨਾਲ। ਬਿਲਕੁਲ ਬਿਲਕੁਲ ਸਿਰ ਕੇਂਦਰੀ ਬੈਂਕ ਦੀ ਜਿਹੜੀ ਪਾਲਿਸੀ ਹੈ ਉਸ ਸਮੇਂ ਦੇ ਮੁਤਾਬਕ ਦੇਖੋ, ਅੱਜ ਦੇਸ਼ ਸਾਡੀ ਕੋਈ ਕਲੋਜ਼ ਇਕਨੋਮੀ ਨਹੀਂ ਰਹਿ ਗਿਆ। ਸਾਡੇ ਦੇਸ਼ ਦੀ ਆਰਥਿਕ ਵਿਵਸਥਾ ਦੇ ਉੱਤੇ ਸਾਰੀ ਆਰਥਿਕ ਕਿਰਿਆਵਾਂ ਦੇ, ਸਾਰੇ ਵਿਸ਼ਵ ਦੀ ਆਰਥਿਕ ਕਿਰਿਆਵਾਂ ਦਾ ਅਸਰ ਪੈਂਦਾ ਹੈ। ਜੇ ਅੱਜ ਕੋਈ ਬਦਲਾਹਟ ਅਮਰੀਕਾ ਦੇ ਵਿੱਚ ਹੋਈ ਹੈ ਜਾਂ ਮੰਨ ਲਓ ਅੱਜ ਰਸ਼ੀਆ ਯੂਕਰੇਨ ਦਾ ਯੁੱਧ ਹੋ ਰਿਹਾ ਹੈ ਜਾਂ ਕਿਸੇ ਦੇਸ਼ ਦੇ ਵਿੱਚ ਕੋਈ ਹੋਰ ਪਾਲਿਸੀ ਲਾਗੂ ਹੋਈ ਹੈ, ਕੋਈ ਸਰਕਾਰ ਬਦਲੀ ਹੈ, ਤੇ ਉਹਦਾ ਅਸਰ ਸਾਡੇ ਦੇਸ਼ ਦੀ ਇਕਨੋਮੀ ਦੇ ਉੱਤੇ ਪੈਂਦਾ ਜੀ, ਸਾਡੇ ਰਿਲੇਸ਼ਨਸ਼ਿਪ ਤੇ ਪੈਂਦਾ। ਇਸ ਪ੍ਰਕਾਰ ਸਰਕਾਰ ਨੂੰ ਵੀ ਔਰ ਜਿਹੜਾ ਰਿਜ਼ਰਵ ਬੈਂਕ ਨੂੰ ਜਿਹੜਾ ਹੈ ਸਮੇਂ-ਸਮੇਂ ਤੇ ਆਪਣੀ ਨੀਤੀਆਂ ਨੂੰ ਬਦਲਣਾ ਪੈਂਦਾ, ਉਹਨਾਂ ਨੂੰ ਚੇਂਜ ਕਰਨਾ ਪੈਂਦਾ ਮੌਕੇ ਦੇ ਮੁਤਾਬਕ, ਸਥਿਤੀ ਦੇ ਮੁਤਾਬਕ ਜਿਹੜਾ ਲੈ, ਯਾਨੀ ਇਹ ਘੱਟ ਮੰਗ ਜਿਹੜੀ ਹੈ, ਅਭਾਵੀ ਮੰਗ ਅਤੇ ਵੱਧ ਮੰਗ ਕਰਕੇ ਅਰਥ ਵਿਵਸਥਾ 'ਚ ਵਪਾਰਿਕ ਚੱਕਰ ਆਉਂਦੇ ਨੇ। ਇਹਨਾਂ ਕਰਕੇ ਵਪਾਰਕ ਟ੍ਰੇਡ ਸਾਈਕਲ ਜਿਹਨੂੰ ਕਹਿੰਦੇ ਆ, ਕਦੀ ਬਹੁਤ ਡਿਪਰੈਸ਼ਨ ਹੈ ਤੇ ਕਦੀ ਬਹੁਤ ਬੂਮ ਹੋ ਰਿਹਾ ਹੁੰਦਾ। ਫਿਰ ਮੈਨੂੰ ਲੱਗਦਾ ਕਿ ਉਸ ਹਿਸਾਬ ਨਾਲ ਉਹਨੂੰ ਕਿਤੇ ਨਾ ਕਿਤੇ, ਮੈਂ ਕਈ ਵਾਰ ਇਹਨੂੰ ਐਗਜ਼ਾਮਪਲ ਇਸ ਤਰ੍ਹਾਂ ਲੈਣਾ ਹੁੰਦਾ ਹੈ ਨਾ ਕਿ ਕਈ ਵਾਰ ਅਗਰ ਬੱਚਾ ਬਿਲਕੁਲ ਨਹੀਂ ਬੋਲ ਰਿਹਾ ਤਾਂ ਸਾਨੂੰ ਮੋਟੀਵੇਟ ਕਰਨਾ ਪੈਂਦਾ ਹੈਗਾ, ਤੇ ਜੇ ਅਗਰ ਬੱਚਾ ਬਹੁਤ ਜ਼ਿਆਦਾ ਬੋਲ ਰਿਹਾ ਹੈਗਾ, ਬਹੁਤ ਵੋਕਲ ਹੈਗਾ, ਬਹੁਤ ਜ਼ਿਆਦਾ ਟਾਕਟਿਵ ਹੈਗਾ ਆ, ਤੇ ਸਾਨੂੰ ਉਹਨੂੰ ਮਨਾ ਵੀ ਕਰਨਾ ਪੈਂਦਾ ਕਿ ਬੱਚੇ ਕਲਾਸ ਚੁੱਪ ਕਰਕੇ ਬੈਠ ਕੇ ਪੜ੍ਹਿਆ ਕਰੋ। ਤੇ ਇਹ ਦੋ ਕੰਟਰੋਲ ਅਲੱਗ-ਅਲੱਗ ਜਿਹੇ ਲੜਦੇ ਹੈਗੇ ਨੇ, ਮਗਰ ਸ਼ਾਇਦ ਆਰਬੀਆਈ ਵੀ ਇਸ ਤਰ੍ਹਾਂ ਦਾ ਕੁਝ ਕੰਟਰੋਲ ਕਰਕੇ ਤੇ ਸਾਡੀ ਕਿਤੇ ਨਾ ਕਿਤੇ ਜਿਹੜਾ ਸਰਕਲ ਹੈਗਾ ਆ, ਟ੍ਰੇਡ ਸਾਈਕਲ ਹੈਗਾ ਆ, ਇਹਨੂੰ ਸਹੀ ਤਰੀਕੇ ਨਾਲ ਮਦਦ ਕਰਦਾ ਹੈਗਾ। ਤੇ ਇਹਦੀ ਲੋੜ ਤੁਸੀਂ ਦੱਸ ਰਹੇ ਜੇ ਕਿ ਬੂਮ, ਰਿਸੈਸ਼ਨ, ਡਿਪਰੈਸ਼ਨ ਸਾਰਿਆਂ 'ਚ ਕਿਤੇ ਨਾ ਕਿਤੇ ਹੁੰਦੀ ਹੈ। ਬਿਲਕੁਲ ਬਿਲਕੁਲ ਠੀਕ ਹੈ ਜੀ। ਦੇਖੋ, ਕਿਸੇ ਅਰਥ ਵਿਵਸਥਾ ਤੇ ਮੇਨ ਮਕਸਦ ਕਿਸੇ ਵੀ ਸਰਕਾਰ ਜਾਂ ਕੇਂਦਰੀ ਬੈਂਕ ਦਾ ਇੱਕ ਸਥਿਰਤਾ ਲਿਆਣਾ, स्थिर इकोनॉमी होनी चाहिए। ये नहीं कि कभी बहुत ज्यादा रिसेशन आ गया, कभी बहुत ज्यादा डिप्रेशन आ गया, कभी बहुत ज्यादा बूम आ गया, इस तरह नहीं होना चाहिए भी, इस तरीके से होना चाहिए। इस प्रकार घट मंग वध मंग की स्थिति को ठीक करने के लिए मौद्रिक नीति जी किसी भी स्टेट सेंट्रल बैंक द्वारा बनाई जाती है बहुत इंपॉर्टेंट रोल अदा करती है भी किस तरीके बैंक रेट को कंट्रोल करना, रेपो रेट, रिवर्स रेपो रेट, ये सारी चीज़ों किस तरीके कंट्रोल करके उहदे नाल मार्केट दे विच मनी की सप्लाई ਨੂੰ ਵਧਾਉਂਦਾ ਹੈ ਜਾਂ ਘਟਾਉਂਦਾ ਹੈ। ਨੈਚੁਰਲੀ ਗੱਲ ਹੈ, ਦੇਖੋ ਜੇ ਇਹੋ ਜਿਹੀ ਸਿਚੁਏਸ਼ਨ ਇਨਫਲੇਸ਼ਨ ਚੱਲ ਰਹੀ ਹੈ, ਮਾਰਕੀਟ 'ਚ ਬਹੁਤ ਪੈਸਾ ਹੈ ਤੇ ਮੌਦਰਿਕ ਨੀਤੀ ਅਜਿਹੀ ਹੋਣੀ ਚਾਹੀਦੀ ਹੈ ਜਿਹਦੇ ਨਾਲ ਕਿ ਮਾਰਕੀਟ 'ਚ ਪੈਸਾ ਘਟੇ, ਮਨੀ ਸਪਲਾਈ ਘਟਾਈ ਜਾਂਦੀ ਹੈ ਤਾਂ ਕਿ ਘੱਟ ਪੈਸਾ ਹੋਏਗਾ, ਲੋਕੀ ਦੀ ਪਰਚੇਜ਼ਿੰਗ ਪਾਵਰ ਘੱਟ ਹੋਏਗੀ, ਨੈਚੁਰਲੀ ਗੱਲ ਹੈ ਚੀਜ਼ਾਂ ਦੀ ਡਿਮਾਂਡ ਘੱਟ ਹੋਏਗੀ, ਜਿਹੜੀ ਉਹ ਇਨਫਲੇਸ਼ਨ ਜਿਹੜੀ ਹੈ ਉਹ ਹੌਲੀ ਹੌਲੀ ਕੰਟਰੋਲ ਦੇ ਵਿੱਚ ਆਵੇਗੀ। ਤੇ ਮੌਦਰਿਕ ਨੀਤੀ ਨਾਲ ਮੈਨੂੰ ਲੱਗਦਾ ਹੈ ਕਿ ਜਿਹੜੇ ਅਸੀਂ ਲੋਨ ਲੈਂਦੇ ਆ ਬੈਂਕ ਤੋਂ ਉਹਦੇ ਰੇਟ ਆਫ ਇੰਟਰਸਟ ਵੀ ਫਰਕ ਪੈਂਦਾ ਹੋਏਗਾ। ਬਿਲਕੁਲ ਬਿਲਕੁਲ ਅੱਜ ਕੱਲ ਫਲੋਟਿੰਗ ਰੇਟ ਆਫ ਇੰਟਰਸਟ ਹੁੰਦੇ ਆ ਜੀ, ਜਿਸ ਤਰੀਕੇ ਰਿਜ਼ਰਵ ਬੈਂਕ ਆਫ ਇੰਡੀਆ ਰੇਟ ਘਟਾਉਂਦਾ ਵਧਾਉਂਦਾ ਉਸੇ ਤਰੀਕੇ ਨਾਲ ਸਾਡੇ EMI ਤੇ ਫਰਕ ਪੈਂਦਾ ਜੀ। ਹਰ ਮਹੀਨੇ ਜਿਹੜੀ ਇਹ ਕਿਸ਼ਤ ਦਿੰਦੇ ਆ ਉਹਦੇ ਤੇ ਫਰਕ ਪੈਂਦਾ, ਰੇਟ ਆਫ ਇੰਟਰਸਟ ਵੱਧਦਾ ਤੇ ਨੈਚੁਰਲੀ ਗੱਲ ਹੈ ਸਾਡੀ ਕਿਸ਼ਤ ਵੀ ਵੱਧ ਜਾਂਦੀ ਹੈ, ਜੇ ਘਟਦਾ ਤਾਂ ਉਹਦੀ ਕਿਸ਼ਤ ਵੀ ਫਰਕ ਪੈਂਦਾ। ਅਸੀਂ ਅਕਸਰ ਬੈਂਕਾਂ ਵਿੱਚ ਵੀ ਲੈ ਕੇ ਜਾਂਦੇ ਹੁੰਦੇ ਇਸ ਤਰ੍ਹਾਂ ਦੀ ਨਾ ਕਰੀਵਾਂ ਕਰਾਉਂਦੇ ਹੁੰਦੇ ਆ, ਕਮਰਸ ਦੇ ਵਿਦਿਆਰਥੀਆਂ ਨੂੰ ਵੀ ਅਸੀਂ ਕਰਦੇ ਆ, ਇਕਨੋਮਿਕਸ ਦੇ ਲੈਕਚਰ ਤੁਸੀਂ ਵੀ ਕਰਦੇ ਹੋਗੇ, ਤੂੰ ਕਹਿੰਦਾ ਕਿ ਟੌਪਿਕ ਪੜਾਉਣ ਲਈ ਕਿਹੜੀ ਕਿਹੜੀ ਆਪਾਂ ਕਰੀਆਂ ਤਾਂ ਵਿਜ਼ਿਟ ਕਰਾ ਸਕਦੇ ਆ। ਇਹੀ ਦੇਖੋ, ਇਹ ਸਭ ਤੋਂ ਇੰਪੋਰਟੈਂਟ ਪੋਰਸ਼ਨ ਹੈ ਇਸ ਸਲਾਈਡ ਦਾ ਕਿ ਅਸੀਂ ਕਿਹੜੀ ਟੈਕਨੀਕ, ਸਾਡਾ ਮੇਨ ਮਕਸਦ ਹੈ ਕਿ ਸਾਡੇ ਬੱਚਿਆਂ ਨੂੰ, ਕਿਉਂਕਿ ਸਾਡੇ ਬੱਚਿਆਂ ਕੋਲ ਇੰਨੀ ਜ਼ਿਆਦਾ ਬਹੁਤ ਇਕਨੋਮਿਕ ਬੈਕਗ੍ਰਾਉਂਡ ਨਹੀਂ ਹੈ,
ਸਾਡੇ ਸਰਕਾਰੀ ਸਕੂਲਾਂ ਦੇ ਜਿਹੜੇ ਬੱਚੇ ਪੜ੍ਹ ਰਹੇ ਨੇ ਉਹ ਕੋਈ ਬਹੁਤ ਜ਼ਿਆਦਾ ਸਟਰੋਂਗ ਇਕਨੋਮਿਕ ਬੈਕਗ੍ਰਾਉਂਡ ਤੋਂ ਨਹੀਂ ਆਉਂਦੇ ਨੇ। ਉਹਨਾਂ ਨੂੰ ਇਸ ਤਰੀਕੇ ਦੀ ਕਿਰਿਆਵਾਂ, ਜਿਵੇਂ ਤੁਸੀਂ ਪਹਿਲੇ ਕਿਹਾ ਕਿ ਤੁਸੀਂ ਬੈਂਕ ਲੈ ਕੇ ਜਾਂਦੇ, ਬਿਲਕੁਲ ਬਹੁਤ ਬੜਾ ਇੰਪੋਰਟੈਂਟ ਆਸਾਨ ਹੈ ਕਿ ਇਹ ਲੋਕ ਬੱਚਿਆਂ ਨੂੰ ਬੈਂਕ ਦੇ ਵਿਜ਼ਿਟ ਕਰਵਾਈਆਂ ਜਾਣ, ਬੱਚਿਆਂ ਨੂੰ ਖਬਰਾਂ ਇਕਨੋਮਿਕ ਨਿਊਜ਼ ਸੁਣਾਈਆਂ ਜਾਣ, ਬੱਚਿਆਂ ਨੂੰ ਆਲੇ ਦੁਆਲੇ ਹੋ ਵਾਪਰ ਰਹੀ ਘਟਨਾਵਾਂ ਜਾਂ ਉਹਨਾਂ 'ਚ ਬਦਲਾਅ ਜਿਹੜੀ ਹੋ ਰਹੀ ਹੈ ਉਹਦੇ ਬਾਰੇ ਜਾਣੂ ਕਰਵਾਇਆ ਜਾਵੇ, ਜਾਂ ਬੱਚਿਆਂ ਨੂੰ ਇੰਟਰਨੈਟ ਦੀ ਵਰਤੋਂ ਦੇ ਨਾਲ, ਪ੍ਰੋਜੈਕਟਰ ਦੀ ਵਰਤੋਂ ਨਾਲ, ਜਾਂ ਕਲਾਸ 'ਚ LED ਲਗਾ ਕੇ, ਹੋਰ ਨਹੀਂ ਤੇ ਤੁਸੀਂ ਜਿਵੇਂ ਅਸੀਂ ਬੜਾ ਅੱਛਾ ਉਪਰਾਲਾ ਤੁਸੀਂ ਵੀ ਕੀਤਾ ਸੀ, ਮੈਂ ਵੀ ਕੀਤਾ ਕਿ DTH ਅਸੀਂ ਲਗਾਈ ਹੈ ਸਕੂਲ ਦੇ ਵਿੱਚ, ਜਿਹਦੇ ਨਾਲ ਕਿ ਜਿਹੜੇ ਸਵੈਮ ਪ੍ਰਭਾ ਦੇ ਜਾਂ ਈ ਵਿਦਿਆ ਦੇ ਚੈਨਲ ਆਉਂਦੇ ਨੇ ਜਿਹਦੇ 'ਚ ਇੰਟਰਨੈਸ਼ਨਲ ਲੈਵਲ ਦੇ ਟੀਚਰ ਅਧਿਆਪਕ ਸਾਨੂੰ ਜਿਹੜੇ ਲੈਕਚਰ ਦਿੰਦੇ ਨੇ ਉਹ ਸੁਣਾਏ ਜਾਣੇ ਚਾਹੀਦੇ ਨੇ। ਬੱਚਿਆਂ ਨੂੰ ਇਸ ਤਰੀਕੇ ਦੀ ਐਗਜ਼ਾਮਪਲ, ਇਸ ਤਰੀਕੇ ਦਾ ਜਿਹੜਾ ਹੈ ਰਿਸੋਰਸਿਸ ਪ੍ਰੋਵਾਈਡ ਕੀਤੇ ਜਾਣ ਤਾਂ ਕਿ ਉਹ ਬੱਚੇ ਉਸ ਕਨਸੈਪਟ ਨੂੰ ਬੜੀ ਆਸਾਨੀ ਦੇ ਨਾਲ ਸਮਝ ਸਕਣ। ਕਿਤੇ ਨਾ ਕਿਤੇ ਪਲੇਵੇ ਮੈਥਡ ਆਪਾਂ ਜਦੋਂ ਨਾ ਛੋਟੇ ਪ੍ਰਾਇਮਰੀ ਕਲਾਸ 'ਚ ਗੱਲ ਕਰਦੇ ਆ, ਉਹ ਜਦੋਂ ਮੈਂ ਸੋਚਦਾ ਕਿ ਜਦੋਂ ਬੱਚੇ ਵੱਡੇ ਹੋ ਗਏ ਨੇ, +1 +2 ਸਾਡੇ ਕੋਲ ਆ ਗਏ ਨੇ, ਤੇ ਕਿਤੇ ਨਾ ਕਿਤੇ ਆ ਜਿਹੜੀ ਵਿਜ਼ਿਟਸ ਹੈਗੀਆਂ ਨੇ, ਕਿਰਿਆ ਹੈਗੀਆਂ ਨੇ, ਇਹ ਕਿਤੇ ਨਾ ਕਿਤੇ ਬਹੁਤ ਮਦਦ ਕਰਦੀਆਂ ਹੈਗੀਆਂ ਨੇ। ਕਿਉਂਕਿ ਕਈ ਵਾਰ ਮੈਂ ਇੱਕ ਚੀਜ਼ ਨੂੰ ਨੈਗੇਟਿਵ ਕ੍ਰਿਟਿਸਿਜ਼ਮ ਵੀ ਫੇਸ ਕਰਦਾ ਹੈਗਾ ਆ ਕਿ ਕਹਿਣ ਵਾਲੇ ਇਹ ਕਹਿ ਦਿੰਦੇ ਨੇ ਕਿ ਵੀ ਬੱਚਾ ਕਮਰਸ ਕਰ ਗਿਆ, ਇਕਨੋਮਿਕਸ ਕਰ ਗਿਆ, ਤੇ ਉਹਨੂੰ ਭਾਰਨਾ ਤੇ ਚੈੱਕ ਵੀ ਨਹੀਂ ਆਉਂਦਾ ਹੈਗਾ। ਤੇ ਉਹ ਕਿਤੇ ਨਾ ਕਿਤੇ ਉਸ ਕਮੀ ਨੂੰ ਮੈਂ ਸੋਚਦਾ ਹੁੰਦਾ ਕਿ ਬਤਾਓ ਟੀਚਰ ਮੈਂ ਕਿਸ ਤਰ੍ਹਾਂ ਦੂਰ ਕਰਾਂ, ਕਿ ਅਗਰ ਉਸਨੂੰ ਕਿਉਂ ਨਹੀਂ ਮੈਂ ਬੈਂਕ ਦਿਖਾ ਪਾ ਰਿਹਾ, ਉਹਨੂੰ ਕਿਉਂ ਨਹੀਂ ਮੈਂ ਛੋਟੀਆਂ ਚੀਜ਼ਾਂ ਸਮਝਾ ਪਾ ਰਿਹਾ, ਕਿ ਉਹ ਚੀਜ਼ਾਂ ਕਿਤੇ ਨਾ ਕਿਤੇ ਜਿਹੜੀਆਂ ਨਿੱਜੀ ਜੀਵਨ ਨਾਲ ਰਿਲੇਟਡ ਹੈਗੀਆਂ ਨੇ, ਉਹ ਜਿਹੜੇ ਉਦਾਹਰਨ ਆਪਾਂ ਦੇ ਸਕਦੇ ਹੈਗੇ ਆ ਕਿਰਿਆਵਾਂ ਦੇ ਦੁਆਰਾ, ਵਿਜ਼ਿਟ ਦੇ ਦੁਆਰਾ, ਉਹ ਕਿਤੇ ਨਾ ਕਿਤੇ ਬਾਰੇ ਮਦਦ ਕਰਦੀ ਹੈਗੀ ਆ। ਮਤਲਬ ਮੈਥੋਂ ਤੱਕ ਮੈਨੂੰ ਯਾਦ ਆ ਰਿਹਾ ਸੀ ਕਿ ਇੱਕ ਵਾਰ ਮੈਂ ਪੁੱਛਿਆ ਕਲਾਸ ਵਿੱਚ ਕਿ ਕੀ ਨਾ ਹੈ ਤੁਹਾਡਾ ਅਕਾਊਂਟ ਕਿਹੜੇ ਕਿਹੜੇ ਬੈਂਕ 'ਚ ਹੈਗਾ, ਤੁਸੀਂ ਮੰਨੋਗੇ ਇੱਕ ਬੱਚੇ ਨੇ ਕਹਿਤਾ ਮੇਰਾ RBI 'ਚ ਹੈਗਾ ਆ, ਤੇ ਉਹ ਬੜਾ ਅਜੀਬ ਜਿਹਾ ਹਾਸਾ ਪਿਆ ਕਿ ਵੀ RBI 'ਚ ਵਾਕਿਆ ਹੈਗਾ। ਪਤਾ ਨਹੀਂ ਕਿਸ ਤਰ੍ਹਾਂ ਉਹਨੂੰ ਭੁਲੇਖਾ ਪਿਆ ਹੋਊਗਾ ਬੱਚੇ ਨੂੰ, ਤੇ ਮੈਂ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਨਹੀਂ, RBI 'ਚ ਨਹੀਂ ਹੋ ਸਕਦਾ ਜੀ, ਤੁਹਾਡਾ ਖਾਤਾ ਕਿਤੇ ਹੋਰ ਹੋਏਗਾ, ਤੁਸੀਂ ਪਤਾ ਕਰੋ। ਬਿਲਕੁਲ ਠੀਕ ਗੱਲ ਹੈ ਜੀ। ਦੇਖੋ ਬੱਚੇ, ਛੋਟੀ ਜੀ ਗੱਲ ਹੈ, ਬੱਚਿਆਂ ਨੂੰ ਕਮਰਸ਼ੀਅਲ ਬੈਂਕ ਔਰ ਸੈਂਟਰਲ ਬੈਂਕ 'ਚ ਫਰਕ ਨਹੀਂ ਪਤਾ। ਹਾਂਜੀ, ਸਾਡਾ ਐਜ ਟੀਚਰ ਸਾਡਾ ਸਭ ਤੋਂ ਬੇਸਿਕ ਫਰਕ ਤਾਂ ਇਹੀ ਹੈ ਕਿ ਬੱਚੇ ਨੂੰ ਉਸ ਚੀਜ਼ ਬਾਰੇ ਜਾਣੂ ਕਰਾਉਣਾ ਕਿ ਕੇਂਦਰੀ ਬੈਂਕ ਔਰ ਜਿਹੜੇ ਕਮਰਸ਼ੀਅਲ ਵਪਾਰਕ ਬੈਂਕ 'ਚ ਅੰਤਰ ਕੀ ਹੈ। ਜੀ, ਕਿਉਂਕਿ ਕੇਂਦਰੀ ਬੈਂਕ ਜਿਹੜਾ ਹੈ ਉਹ ਬੈਂਕਰਜ਼ ਬੈਂਕ ਹੈ, ਉਹ ਬੈਂਕਾਂ ਦਾ ਬੈਂਕ ਹੈ, ਜਦਕਿ ਵਪਾਰਕ ਬੈਂਕ ਜਿਹੜੇ ਨੇ ਉਹ ਲੋਕਾਂ ਨਾਲ ਡੀਲ ਕਰਦੇ ਨੇ। ਕੇਂਦਰੀ ਬੈਂਕ ਲੋਕਾਂ ਨਾਲ ਬਿਲਕੁਲ ਡੀਲ ਨਹੀਂ ਕਰਦਾ ਡਾਇਰੈਕਟਲੀ, ਉਹਨਾਂ ਦਾ ਕੋਈ ਡਾਇਰੈਕਟਲੀ ਉਹਨਾਂ ਦਾ ਕੋਈ ਬਿਜ਼ਨਸ ਐਕਸਚੇਂਜ ਨਹੀਂ ਹੁੰਦਾ। ਲੇਕਿਨ ਇਹ ਛੋਟੀ ਛੋਟੀ ਚੀਜ਼ਾਂ ਜੇ ਬੱਚਿਆਂ ਨੂੰ ਸਮਝਾਉਂਦੇ ਆ ਤੇ ਬੱਚਿਆਂ ਤੇ ਹੌਲੀ ਹੌਲੀ ਇੰਪਰੂਵਮੈਂਟ ਹੁੰਦੀ ਹੈ। ਜੀ, ਮੈਂ ਉਹ ਐਗਜ਼ਾਮਪਲ ਲੈਣ ਦੀ ਕੋਸ਼ਿਸ਼ ਕੀਤੀ ਕਿ ਨਹੀਂ, ਇਹ ਪੋਸੀਬਲ ਨਹੀਂ ਹੈ ਕਿ ਤੁਹਾਡਾ ਸੇਵਿੰਗ ਅਕਾਊਂਟ ਜਿਹੜਾ ਹੈਗਾ RBI ਵਿੱਚ ਖੁੱਲਿਆ ਹੋਵੇ, ਤੇ ਕਿਉਂਕਿ ਜਿਸ ਤਰ੍ਹਾਂ ਤੁਸੀਂ ਦੱਸਿਆ ਨਾ ਕਿ ਡਾਇਰੈਕਟ ਸੰਬੰਧ ਕਦੀ ਵੀ ਨਹੀਂ ਰਹਿੰਦਾ। ਮੈਨੂੰ ਇੱਕ ਸੰਬੰਧ ਥੋੜਾ ਜਿਹਾ ਚੇਤਾ ਆ ਰਿਹਾ ਜੇ, ਜਦੋਂ ਡੀਮੋਨੀਟਾਈਜੇਸ਼ਨ ਹੋਇਆ ਸੀ ਨਾ, ਤੇ ਇੱਕ ਸਟੇਜ ਤੋਂ ਬਾਅਦ ਸਰਕਾਰ ਨੇ ਮੌਕਾ ਦਿੱਤਾ ਸੀ ਕਿ ਹੁਣ ਵੀ ਜੇ ਕਿਸੇ ਕੋਲ ਨੋਟ ਹੈਗੇ ਆ ਤਾਂ ਡਾਇਰੈਕਟਲੀ ਕਿੱਥੇ ਜਾਵੇ, RBI 'ਚ ਜਾਵੇ। ਉਹ ਮੈਨੂੰ ਲੱਗਦਾ, ਮੈਨੂੰ ਹਜੇ ਤੱਕ ਪਹਿਲਾ ਤੇ ਆਖਰੀ ਮੌਕਾ ਯਾਦ ਆ ਰਿਹਾ ਜਿੱਥੇ ਜਨਤਾ ਸ਼ਾਇਦ RBI ਡਾਇਰੈਕਟਲੀ ਗਈ ਸੀ, ਵਰਨਾ RBI ਕਿਸੇ ਨੂੰ ਜਾਣ ਦੀ ਲੋੜ ਨਹੀਂ ਪੈਂਦੀ, ਕਿਉਂਕਿ ਉਹ ਬੈਂਕਾਂ ਦਾ ਬੈਂਕ ਹੈਗਾ ਆ। ਬਿਲਕੁਲ, ਉਹ ਬੈਂਕਰ ਬੈਂਕ ਹੈਗਾ। ਹੁਣ ਅਸੀਂ ਤੁਹਾਡੇ ਕੋਲ ਜਾਣਨਾ ਚਾਹੁੰਦੇ ਕਿ ਇਹਦੇ ਉਪਕਰਨ ਕੀ ਹੁੰਦੇ ਹੈਗੇ ਨੇ। ਦੇਖੋ, ਇੰਸਟਰੂਮੈਂਟ, ਹਾਂਜੀ, ਮੌਦਰਿਕ ਨੀਤੀ, ਇੰਸਟਰੂਮੈਂਟ ਆਫ ਮੋਨਿਟਰੀ ਪਾਲਿਸੀ ਜਿਹੜੀ ਹੈ, ਜਿਹੜੇ ਕੀ ਮੋਨਿਟਰੀ ਪਾਲਿਸੀ ਨੂੰ ਲਾਗੂ ਕਰਨ ਵਾਸਤੇ ਸਰਕਾਰ ਵਰਤਦੀ ਹੈ, ਕਮਰਸ਼ੀਅਲ ਤੁਹਾਡਾ ਬੈਂਕ ਜਿਹੜਾ ਸੈਂਟਰਲ ਬੈਂਕ ਜਿਹੜਾ ਉਹਨੂੰ ਵਰਤਦਾ ਹੈ। ਉਹ ਕਨਸੈਪਟ, ਇਹ ਬੇਸਿਕ ਕਨਸੈਪਟ ਦੀ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ। ਅਸੀਂ ਸੁਣ ਤਾਂ ਲੈਂਦੇ ਹਾਂ ਰੇਟ ਆਫ ਇੰਟਰਸਟ, ਰੈਪੋ ਰੇਟ, CRR, ਸਾਰੀ ਚੀਜ਼ਾਂ, ਲੇਕਿਨ ਸਾਨੂੰ ਉਹਨਾਂ ਦੀ ਬੇਸਿਕ ਡੈਫੀਨੇਸ਼ਨ ਹੀ ਕਲੀਅਰ ਨਹੀਂ ਹੁੰਦੀ ਕਿ ਇਹ ਐਕਚੁਅਲ ਕੀ ਨੇ, ਕਿ ਜਿਨ੍ਹਾਂ ਦੀ ਮਦਦ ਦੇ ਨਾਲ ਜਿਹੜਾ ਰਿਸੈਸ਼ਨ ਜਾਂ ਇਨਫਲੇਸ਼ਨ ਜਾਂ ਕਹਿ ਲਓ ਕਿ ਤੁਸੀਂ ਕੰਟਰੋਲ ਕਰਦਾ ਹੈ ਸਾਰੀ ਮੌਦਰਿਕ ਪ੍ਰਣਾਲੀ ਨੂੰ ਸਾਡੇ ਦੇਸ਼ ਦੀ, ਉਹ ਸਾਨੂੰ ਜਾਣਕਾਰੀ ਹੋਣਾ ਚਾਹੀਦੀ ਹੈ। ਜਿਹੜਾ ਬੈਂਕ ਦਰ ਹੈ ਜੀ, ਰੈਪੋ ਦਰ ਹੈਗੀ ਹੈ ਨਾ, ਖੁੱਲੇ ਬਾਜ਼ਾਰ ਦੀਆਂ ਕਰੀਮਾਂ ਦੱਸ ਰਿਹਾ ਹੈਗਾ ਆ, ਤੇ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਹੈਗੀਆਂ, ਕਿਉਂਕਿ ਮੈਂ ਦੱਸਦਾ ਕਿ ਇਹ ਅਸੀਂ ਨਿਊਜ਼ ਤੇ ਸੁਣ ਲੈਂਦੇ ਆ, ਮਗਰ ਐਜ਼ ਅ ਲੇਮੈਨ ਕਈ ਵਾਰ ਸਾਨੂੰ ਸਮਝਣ ਵਿੱਚ ਮੁਸ਼ਕਲ ਆਉਂਦੀ ਆ ਕਿ ਇਹ ਕੀ ਰਿਹਾ ਹੋਊਗਾ, ਕਿ ਕੀ ਕਾਰਨ ਰਹੇ ਹੋਣਗੇ ਕਿ ਆ ਜਿਹੜੇ ਛੋਟੇ ਛੋਟੇ ਜਿਹੇ ਦਰ ਉਹ ਫਰਕ ਪਾਉਂਦੀ ਹੈਗੀ ਆ। ਮੈਂ ਇੱਕ ਚੀਜ਼ ਹੋਰ ਕੋਸ਼ਿਸ਼ ਕਰਦਾ ਹਾਂ ਰਾਜਵਿੰਦਰ ਜੀ, ਕਿ ਜਦੋਂ ਆਪਾਂ ਨਿਊਜ਼ ਵਗੈਰਾ ਦਿਖਾਉਣੀਆਂ ਹੈਗੀਆਂ ਨੇ, ਸੁਣਾਉਣੀਆਂ ਹੈਗੀਆਂ ਨੇ ਬੱਚਿਆਂ ਨੂੰ ਅਸੈਂਬਲੀ ਵਿੱਚ, ਅਸੀਂ ਕੋਸ਼ਿਸ਼ ਕਰਿਆ ਕਰੀਏ ਇਕਨੋਮਿਕਸ ਤੋਂ ਰਿਲੇਟਡ, ਕਮਰਸ ਦੀ ਜਿਹੜੀਆਂ ਨਿਊਜ਼ ਹੈਗੀਆਂ ਨੇ ਉਹ ਜ਼ਰੂਰ ਬੱਚਿਆਂ ਤੱਕ ਦਿਖਾਇਆ ਕਰੀਏ, ਸੁਣਾਇਆ ਕਰੀਏ, ਤਾਂ ਕਿ ਬੱਚਿਆਂ ਨੂੰ ਨਾ ਇਹਨਾਂ ਚੀਜ਼ਾਂ ਬਾਰੇ ਇੰਟਰਸਟ ਪੈਦਾ ਹੋਵੇ। ਇਹ ਮੈਨੂੰ ਬੜਾ ਸੌਖਾ ਜਿਹਾ ਤਰੀਕਾ ਲੱਗਦਾ ਆ, ਕਿਉਂਕਿ ਕਿਤੇ ਨਾ ਕਿਤੇ ਬੱਚੇ ਸਾਇੰਸ ਤੇ ਹਿਊਮੈਨਿਟੀਜ਼ ਗਰੁੱਪ ਵਿੱਚ ਬਹੁਤ ਜ਼ਿਆਦਾ ਇਨਕਲੂਡ ਰਹਿੰਦੇ ਹੈਗੇ ਨੇ। ਜਦੋਂ ਸਾਡੇ ਕੋਲ ਆਉਂਦੇ ਹੈਗੇ ਨੇ +1 +2 ਵਿੱਚ, ਤੇ ਕਮਰਸ ਤੇ ਇਕਨੋਮਿਕਸ ਉਹਨਾਂ ਵਾਸਤੇ ਬਿਲਕੁਲ ਨਵਾਂ ਫੀਲਡ ਹੁੰਦਾ। ਹੁਣ ਆ ਜਿਹੜਾ ਤੁਸੀਂ ਦੱਸ ਰਹੇ ਜੇ ਬੈਂਕ ਦਰ ਦੀ ਗੱਲ ਕਰੀਏ, ਰੈਪੋ ਦਰ ਦੀ, ਇਹ ਸ਼ਬਦ ਹੀ ਕਈ ਵਾਰ ਉਹਨਾਂ ਪਹਿਲੀ ਵਾਰ ਸੁਣੇ ਹੁੰਦੇ। ਬਿਲਕੁਲ ਜੀ, ਇਹਦੇ ਬਾਰੇ ਜੀ ਦੇਖੋ, ਸਭ ਤੋਂ ਪਹਿਲਾਂ ਜਿਹੜਾ ਹੈ ਬੈਂਕ ਰੇਟ,
ਜੀ ਬੜਾ ਕਲੀਅਰ ਕੱਟ ਹੈ, ਯਾਨੀ ਉਹ ਬੈਂਕ ਦਾ ਦਰ ਹੈ ਜਿਸ ਤੇ ਕੇਂਦਰੀ ਬੈਂਕ ਵਪਾਰਕ ਬੈਂਕਾਂ ਨੂੰ ਮੁਦਰਾ ਉਧਾਰ ਦਿੰਦਾ ਹੈ। ਜੀ ਆਰਬੀਆਈ ਨੇ, ਸੈਂਟਰਲ ਬੈਂਕ ਨੇ ਛੋਟੇ ਜਿਹੜੇ ਕਮਰਸ਼ੀਅਲ ਬੈਂਕ ਹੈਗੇ ਉਹਨਾਂ ਨੂੰ ਪੈਸੇ ਉਧਾਰ ਦੇਣੇ, ਕਿਉਂਕਿ ਉਧਾਰ ਨੈਚੁਰਲੀ ਗੱਲ ਹੈ ਉਹ ਪੈਸੇ ਜਿਹੜੇ ਨੇ ਉਹੀ ਤਾਂ ਮਾਰਕੀਟ ਦੇ ਵਿੱਚ ਅੱਗੇ ਸਪਲਾਈ ਕਰਦਾ। ਜੀ ਇਹ ਅਲੱਗ-ਅਲੱਗ ਕੰਡੀਸ਼ਨ ਚ ਕੀ, ਵੱਧ ਮੰਗ ਦੀ ਕੰਡੀਸ਼ਨ ਚ ਕੀ ਹੋਏਗਾ ਜਾਂ ਘੱਟ ਮੰਗ ਦੀ ਕੰਡੀਸ਼ਨ ਚ ਕੀ ਹੈ, ਉਹ ਦੋਨੋਂ ਆਪੋਜੀਟ ਇੱਕ ਦੇ ਅਸਰ ਕਰਨਗੇ। ਰੈਪੋ ਰੇਟ ਇਸ ਤੋਂ ਭਾਵ ਉਸ ਦਰ ਤੇ ਹੈ ਜਿਸ ਤੇ ਕੇਂਦਰੀ ਬੈਂਕ ਵਪਾਰਕ ਬੈਂਕਾਂ ਦੀ ਪ੍ਰਤੀਭੂਤੀਆਂ ਤੇ ਪੇ ਕਰਦਾ ਹੈ, ਖਰੀਦਾ ਨਹੀਂ ਹੈ, पे करता है किस्म का, ठीक है। यानी कि वो रेपो रेट है कि केंद्रीय बैंक ਵਪਾਰਕ ਬੈਂਕ ਨੂੰ ਦੇता है। अच्छा। और एक तो सब तो थल्ले देखो विपरीत रिवर्स रेपो रेट, हाँ, विपरीत। ਇਸ ਤੋਂ ਉਲਟ, ਇਸ ਤੋਂ ਭਾਵ ਉਸ ਦਰ ਤੋਂ ਹੈ ਜਿਸ ਤੇ ਕੇਂਦਰੀ ਬੈਂਕ ਵਪਾਰਕ ਬੈਂਕਾਂ ਨੂੰ ਪ੍ਰਤੀਭੂਤੀਆਂ ਵੇਚਦਾ ਹੈ, ਉਹ ਉਸ ਤੋਂ ਉਲਟ ਗੱਲ ਆ ਗਈ। ਠੀਕ ਹੈ, ਕਿਉਂਕਿ ਵਰਡ ਆਉਂਦਾ ਹੈ ਨਾ ਰੈਪੋ ਰੇਟ ਫਿਰ ਰਿਵਰਸ ਰੈਪੋ ਰੇਟ ਹੈ ਤੇ ਉਸ ਤੋਂ ਬਾਅਦ ਅੱਗੇ ਵਰਡ ਘੱਟ ਕੋਲ ਹੈਗਾ ਖੁੱਲੇ ਬਾਜ਼ਾਰ ਦੀ, ਓਪਨ ਮਾਰਕੀਟ ਆਪਰੇਸ਼ਨ ਜਿਹੜੇ ਅੱਛਾ, ਠੀਕ ਹੈ ਜੀ। ਇਹਨਾਂ ਤੋਂ ਭਾਵ ਹੈ ਕਿ ਕੇਂਦਰੀ ਬੈਂਕ ਜਿਹੜਾ ਹੈ ਖੁੱਲੇ ਬਾਜ਼ਾਰ ਵਿੱਚ ਸਿਕਿਉਰਿਟੀਜ਼ ਨੂੰ ਖਰੀਦਦਾ ਅਤੇ ਵੇਚਦਾ, ਗਵਰਨਮੈਂਟ ਸਿਕਿਉਰਿਟੀਜ਼ ਨੂੰ, ਬੌਂਡ ਨੂੰ ਖਰੀਦਦਾ ਅਤੇ ਵੇਚਦਾ, ਜਿਹੜੀ ਕਿ ਆਰਬੀਆਈ ਜਿਹੜੇ ਥਰੂ ਜਿਹੜੇ ਸਾਡੇ ਕਮਰਸ਼ੀਅਲ ਬੈਂਕਸ ਹੈ ਉਹਨਾਂ ਦੇ ਥਰੂ ਇਹ ਸਾਰੇ ਆਪਰੇਸ਼ਨ ਜਿਹੜਾ ਕਰਦਾ। ਜੀ ਸੀਆਰਆਰ ਆਪਾਂ ਸੁਣਦੇ ਹਾਂ ਬਿਲਕੁਲ ਬਿਲਕੁਲ, ਸੀਆਰਆਰ ਨਗਦ ਨਿਧੀ ਅਨੁਪਾਤ। ਇਸ ਤੋਂ ਭਾਵ ਕਿਸੇ ਬੈਂਕ ਦੀ ਜਮ੍ਹਾਂ ਰਾਸ਼ੀ ਉਸ ਨਿਊਨਤਮ ਪ੍ਰਤੀਸ਼ਤ ਹੈ ਜੋ ਉਸ ਨੂੰ ਕੇਂਦਰੀ ਬੈਂਕ ਕੋਲ ਜਮ੍ਹਾਂ ਰੱਖਣੀ ਪੈਂਦੀ ਹੈ। ਠੀਕ ਹੈ, ਉਹ ਤੋਂ ਘੱਟ ਹੋ ਨਹੀਂ ਸਕਦੀ ਨਾ। ਹੁਣ ਦੇਖੋ ਜੇ ਬੈਂਕ ਕਹਿੰਦਾ ਹੈ ਕਿ ਇਸ ਟਾਈਮ ਤੇ ਇਨਫਲੇਸ਼ਨ ਵਧਿਆ ਹੋਇਆ ਹੈ, ਅੱਛਾ ਠੀਕ ਹੈ, ਉਹ ਚਾਹੁੰਦਾ ਹੈ ਕਿ ਵੱਧ ਪੈਸੇ ਜਿਹੜੀ ਸੀਆਰਆਰ ਵਧਾ ਦੇਗਾ। ਹਾਂ ਹਾਂ, ਨੈਚੁਰਲੀ ਗੱਲ ਹੈ ਕਮਰਸ਼ੀਅਲ ਬੈਂਕ ਨੂੰ ਬੈਂਕ ਕੋ ਜ਼ਿਆਦਾ ਪੈਸਾ ਰੱਖਣਾ ਪਏਗਾ, ਉਹ ਘੱਟ ਪੈਸਾ ਕਰਜ਼ ਮਾਰਕੀਟ ਤੇ ਦੇ ਸਕੇਗਾ। ਠੀਕ ਹੈ। ਔਰ ਜੇ ਮਾਰਕੀਟ ਦੇ ਵਿੱਚ ਡਿਫਲੇਸ਼ਨ ਹੈ ਜਾਂ ਮੰਦੀ ਦਾ ਦੌਰ ਹੈ, ਉਹ ਸੀਆਰਆਰ ਘਟਾ ਦੇਗਾ, ਬੈਂਕ ਕੋ ਜ਼ਿਆਦਾ ਪੈਸਾ ਆਏਗਾ ਔਰ ਜ਼ਿਆਦਾ ਪੈਸਾ ਜਿਹੜਾ ਹੈ ਉਹ ਮਾਰਕੀਟ ਦੇ ਵਿੱਚ ਲੋਨ ਦੇ ਰੂਪ ਚ ਲੋਕਾਂ ਨੂੰ ਦੇ ਸਕੇਗਾ। ਜੀ ਐਸੀ ਤਰੀਕੇ ਨਾਲ ਐਸਐਲਆਰ ਆ ਗਿਆ। ਇਸ ਤੋਂ ਭਾਵ ਬੈਂਕਾਂ ਦੀਆਂ ਆਪਣੀ ਕੁੱਲ ਪਰਿਸੰਪਤੀਆਂ ਦੇ ਨਕਦੀ ਜਾਂ ਤਰਲ ਸੰਪत्ति ਦੇ ਉਸ ਅਨੁਪਾਤ ਤੋਂ ਹੈ ਜੋ ਬੈਂਕਾਂ ਨੂੰ ਕਾਨੂੰਨੀ ਰੂਪ ਵਿੱਚ ਆਪਣੇ ਕੋਲ ਰੱਖਣਾ ਪੈਂਦਾ ਹੈ, ਯਾਨੀ ਪਰਸੈਂਟੇਜ ਹੈ ਜਿਹੜੀ ਉਹਨੂੰ ਮਿਨੀਮਮ ਆਪਣੇ ਕੋਲ ਰੱਖਣੀ ਹੀ ਪੈਂਦੀ ਹੈ। ਸਾਰੇ ਪੈਸੇ ਬੈਂਕ ਕੋ ਮੰਨ ਲਓ ਲੱਖ ਰੁਪਏ ਆਇਆ ਤੇ ਲੱਖ ਦਾ ਲੱਖ ਬਾਹਰ ਨਹੀਂ ਦੇ ਸਕਦਾ, ਉਹਨੂੰ ਇੱਕ ਪਰਸੈਂਟੇਜ ਜਿਹੜੀ ਹੈ ਇਨ ਸ਼ੇਪ ਆਫ ਸਿਕਿਉਰਿਟੀਜ਼ ਜਿਹੜੀਆਂ ਉਹ ਆਪਣੇ ਕੋਲ ਰੱਖਣੀਆਂ ਪੈਂਦੀਆਂ। ਹੁਣ ਦੋਨੋਂ ਕੇਸਾਂ ਦੇ ਵਿੱਚ ਜਦੋਂ ਇਨਫਲੇਸ਼ਨ ਹੈ ਜਾਂ ਡਿਫਲੇਸ਼ਨ ਚ ਉਲਟ ਕੰਮ ਹੁੰਦੇ ਨੇ। ਕਿਸ ਤਰੀਕੇ, ਜੇ ਇਨਫਲੇਸ਼ਨ ਹੈ ਤੇ ਨੈਚੁਰਲੀ ਗੱਲ ਹੈ ਉਹਨੂੰ ਉਹ ਵੱਧ ਜਿਹੜੀ ਪ੍ਰਤੀਸ਼ਤ ਆਪਣੇ ਕੋਲ ਵੱਧ ਰੱਖਣੀ ਪੈਂਦੀ ਹੈ, ਮਾਰਕੀਟ 'ਚ ਘੱਟ ਪੈਸਾ, ਤੇ ਜੇ ਡਿਫਲੇਸ਼ਨ ਦਾ ਕੰਮ ਹੈ ਤੇ ਉਹ ਘੱਟ ਜਿਹੜੀਆਂ ਪਰਿਸੰਪਤੀਆਂ ਜਿਹੜੀਆਂ ਨੇ ਉਹ ਰੱਖੇਗਾ ਔਰ ਜ਼ਿਆਦਾ ਪੈਸਾ ਲੋਕਾਂ ਨੂੰ ਉਧਾਰ ਦੇਗਾ। ਮਾਰਕੀਟ 'ਚ ਮਨੀ ਸਪਲਾਈ ਜ਼ਿਆਦਾ ਹੋਏਗੀ ਜਿਹਦੇ ਨਾਲ ਮੰਗ ਵਧੇਗੀ ਤੇ ਨੈਚੁਰਲੀ ਗੱਲ ਹੈ ਜਿਹੜਾ ਦੇਸ਼ ਦਾ ਵਿਕਾਸ ਵੀ ਹੋਏਗਾ। ਮੈਂ ਹੈਰਾਨ ਹੁੰਦਾ ਕਿ ਕਿਸ ਤਰ੍ਹਾਂ ਨਾ ਸੀਆਰਆਰ ਜਾਂ ਐਸਐਲਆਰ ਪੁਆਇੰਟਸ ਵਿੱਚ ਚੇਂਜ ਹੁੰਦਾ ਆ ਤੇ ਉਹਦਾ ਕਿੰਨਾ ਫਰਕ ਦਰਾਂ ਤੇ ਪੈਂਦਾ ਹੈਗਾ, ਕਿੰਨਾ ਉਹਦਾ ਲੋਨ ਦੀ ਜਿਹੜੀ EMI ਉੱਤੇ ਫਰਕ ਪੈ ਜਾਂਦਾ ਹੈਗਾ ਆ। ਤੇ ਇਹ ਇੱਕ ਬੜੀ ਕਮਾਲ ਦੀ ਚੀਜ਼ ਹੈਗੀ ਹੈ ਕਿ ਮਤਲਬ ਕੰਟਰੋਲਿੰਗ ਚੀਜ਼ ਹੈਗੀ। ਜਿੱਦਾਂ ਮੈਂ ਸੋਚਦਾ ਨਾ ਰੈਗੂਲੇਟਰ ਹੁੰਦਾ ਪੱਖੇ ਦਾ, ਆਪਾਂ ਵੇਖਦੇ ਵੀ ਹੁਣ ਸਰਦੀ ਵਧ ਰਹੀ ਆ ਆਪਾਂ ਉਹਨੂੰ ਘਟਾਉਂਦੇ ਜਾਂਦੇ ਆ, ਆਪਾਂ ਵੇਖਦੇ ਆ ਕਿ ਗਰਮੀ ਵਧ ਰਹੀ ਆ ਤੇ ਆਪਾਂ ਉਹਨੂੰ ਪੱਖੇ ਦੀ ਸਪੀਡ ਨੂੰ ਵਧਾਉਂਦੇ ਜਾਂਦੇ ਆ, ਤੇ ਸ਼ਾਇਦ ਆ ਕੁਝ ਰੈਗੂਲੇਸ਼ਨ ਦਾ ਹੀ ਕੰਮ ਕਰਦਾ ਹੈਗਾ। ਬੇਸਿਕਲੀ ਸੈਂਟਰਲ ਬੈਂਕ ਵਰਕ ਐਜ਼ ਅ ਰੈਗੂਲੇਟਰ ਆਲਸੋ। ਹਾਂ, ਮਤਲਬ ਉਹੀ ਤਾਂ ਮੈਂ ਰੈਗੂਲੇਟਰ ਵਰਡ ਯੂਜ਼ ਕੀਤਾ ਕਿ ਕਿਤੇ ਨਾ ਕਿਤੇ ਜਦੋਂ ਆਪਾਂ ਫੈਨ ਦੀ ਸਪੀਡ ਨੂੰ ਵਧਾ ਘਟਾ ਲੈਂਦੇ ਆ, ਮਗਰ ਉਹਦਾ ਜਿਹੜਾ ਫਾਰਮੂਲੇ ਨੇ ਇਹ ਸਾਰੇ ਦਰਾਂ ਨੇ। ਜੇ ਸਾਨੂੰ ਇਹ ਪਤਾ ਲੱਗ ਗਈਆਂ, ਜੇ ਐਜ਼ ਅ ਟੀਚਰ ਐਜ਼ ਅ ਬੱਚਾ ਸਾਨੂੰ ਸਮਝ ਆ ਗਈਆਂ ਨੇ ਤੇ ਅਸੀਂ ਕਰ ਲਵਾਂਗੇ। ਇਹ ਕੁਐਸਚਨ ਦੇ ਰੂਪ ਚ ਵੀ ਆਸਾਨ ਹੋ ਜਾਏਗਾ ਤੇ ਸਮਝਣਾ ਵੀ ਆਸਾਨ ਹੋ ਜਾਏਗਾ ਜੀ। ਇਹਦੇ ਵਿੱਚ ਆ ਲਾਸਟ ਕੀ ਰਹਿ ਗਿਆ ਜੀ, ਗੁਣਾਤਮਕ ਉਪਕਰਨ। ਗੁਣਾਤਮਕ ਜਿਹੜੇ ਅਸੀਂ ਕਹਿ ਸਕਦੇ ਹਾਂ ਕੁਆਲੀਟੇਟਿਵ ਜਿਹੜੇ ਉਹਦੇ ਕੋਲ ਇੰਸਟਰੂਮੈਂਟ ਨੇ ਉਹ ਕੀ ਨੇ? ਕਰਜ਼ਿਆਂ ਦੀਆਂ ਸੀਮਾਂਤ ਲੋੜਾਂ। ਇਹਨਾਂ ਤੋਂ ਭਾਵ ਹੈ ਕਿ ਕਰਜ਼ਿਆਂ ਲਈ ਦਿੱਤੀ ਜਾਣ ਵਾਲੀ ਜ਼ਮਾਨਤ ਸਿਕਿਉਰਿਟੀ ਜਿਹੜੀ ਹੈ ਔਰ ਕਰੰਟ ਕੀਮਤ ਦੇ ਉੱਤੇ ਅਤੇ ਕਰਜ਼ੇ ਦੀ ਮਾਤਰਾ ਦੇ ਵਿੱਚ ਅੰਤਰ। ਇਹਦੇ ਵਿੱਚ ਵੀ ਨੈਚੁਰਲੀ ਗੱਲ ਹੈ। ਫॉर ਐਗਜ਼ਾਮਪਲ ਇਹਨੂੰ ਇੱਕ ਸਿੰਪਲ ਵੇ ਦੇ ਨਾਲ ਮੈਂ ਗੱਲ ਕਰਦਾ ਕਿ ਮੰਨ ਲਓ ਮਾਰਕੀਟ ਦੇ ਵਿੱਚ ਇਸ ਟਾਈਮ ਤੇ ਇਨਫਲੇਸ਼ਨ ਬਹੁਤ ਜ਼ਿਆਦਾ ਹੈ, ਠੀਕ ਹੈ, ਤੇ ਕੀ ਕਰਨਗੇ? ਅਗਰ ਪੈਸਾ ਸਪਲਾਈ ਘਟਾਣੀ ਹੈ, ਮੰਨ ਲਓ ਮੈਂ ਲੋਨ ਲੈਣ ਜਾਣਾ, ਮੇਰੇ ਕੋਲ ਗੋਲਡ ਦੇ ਉੱਤੇ ਲੋਨ ਲੈਣਾ, ਉਹ ਕਹਿਣਗੇ ਜੀ ਹਾਂਜੀ ਤੁਹਾਡਾ ਲੱਖ ਰੁਪਏ ਦਾ ਗੋਲਡ ਹੈ, ਤੁਹਾਨੂੰ ਇਹਦੇ ਤੇ 60% ਲੋਨ ਦੇ ਸਕਦੇ ਹਾਂ, 60,000 ਉਧਾਰ ਦੇ ਸਕਦੇ। ਠੀਕ ਹੈ। ਇਨ ਕੇਸ ਦੂਸਰਾ ਕੇਸ ਆ ਜਾਂਦਾ ਹੈ ਜਦੋਂ ਮਾਰਕੀਟ ਦੇ ਵਿੱਚ ਮੰਦੀ ਹੈ, ਪੈਸੇ ਨੂੰ ਵਧਾਣਾ ਹੈ, ਉਹ ਕਹਿਣਗੇ ਤੁਹਾਡੇ ਕੋਲ ਲੱਖ ਰੁਪਏ ਦਾ ਗੋਲਡ ਹੈ, ਅਸੀਂ ਤੁਹਾਨੂੰ 80% ਲੋਨ ਦੇ ਸਕਦੇ ਹਾਂ, 80,000 ਲੋਨ ਦੇ ਦਾਂ।
ਦੇਖੋ ਡਿਫਰੈਂਸ ਆ ਗਿਆ 20,000 ਰੁਪਏ ਦਾ, ਠੀਕ। ਯਾਨੀ ਉਹ ਉਹਦੀ ਸਿਕਿਉਰਿਟੀ ਦੇ ਅਗੇਂਸਟ ਕਿੰਨਾ ਲੋਨ ਮਾਰਕੀਟ ਨੂੰ ਦੇ ਸਕਦੇ, ਇਹਦਾ ਜਿਹੜਾ ਡਿਸੀਜਨ ਵੀ ਹੈ ਇਹ ਵੀ ਰੈਗੂਲੇਟ ਕੌਣ ਕਰਦਾ ਹੈ, ਕਿਉਂਕਿ ਪਹਿਲੇ ਕਲੀਅਰ ਕੀਤਾ ਹੈ ਕਿ ਸੈਂਟਰਲ ਬੈਂਕ ਦੀ ਰੈਗੂਲੇਟਰ ਬੋਡੀ ਉਹ ਸਭ ਕੁਝ ਇਹ ਚੀਜ਼ਾਂ ਰੈਗੂਲੇਟ ਕਰਦੀ। ਕਿੰਨਾ ਇਹ ਆਸਾਨ ਹੋ ਜਾਂਦਾ ਹੈ ਕਿ ਵੇਖੋ ਅਗਰ ਪੈਸਾ ਵੱਧ ਰਿਹਾ ਫਿਰ ਉਹਨੇ ਉਹਨੂੰ ਘਟਾਉਣ ਦੀ ਕੋਸ਼ਿਸ਼ ਕਰਨੀ ਆ, ਤੇ ਜੇ ਉਹ ਘਟ ਰਿਹਾ ਤਾਂ ਫਿਰ ਉਹਨੂੰ ਵਧਾਉਣ ਦੀ ਕੋਸ਼ਿਸ਼ ਕਰਨੀ ਆ, ਤੇ ਇਹੋ ਹੀ ਇਹਨਾਂ ਦੇ ਰੇਟ ਜਦੋਂ ਬਦਲਦਾ ਹੈਗਾ, ਦਰਾਂ ਬਦਲਣਗੀਆਂ ਤੇ ਹੋ ਜਾਏਗਾ। ਪ੍ਰਤੱਖ ਤੇ ਨੈਤਿਕ ਪ੍ਰਭਾਵ ਵੀ ਇਹਦੇ ਪੈਣਗੇ। ਦੇਖੋ ਬਹੁਤ ਇੰਪੋਰਟੈਂਟ ਚੀਜ਼ ਹੈ, ਤਾਂ ਮੈਂ ਫਿਰ ਕਲੀਅਰ ਕੀਤਾ ਸੀ ਕਿ ਇਹ ਸਾਰਾ ਜਿਹੜਾ ਹੈ ਉਹ ਵਪਾਰਕ ਬੈਂਕ ਕੰਟਰੋਲ ਕਰਦਾ ਹੈ, ਰੈਗੂਲੇਟ ਕਰਦਾ ਹੈ। ਜਿਹੜੇ ਬੈਂਕ ਜਿਹੜੇ ਵਪਾਰਕ ਬੈਂਕ ਕੇਂਦਰੀ ਬੈਂਕ ਦੀ ਗੱਲ ਨਹੀਂ ਮੰਨਦੇ ਉਹ ਉਹਨਾਂ ਦੇ ਵਿਰੁੱਧ ਸਖਤ ਕਾਰਵਾਈ ਵੀ ਆਰਬੀਆਈ ਕਰ ਸਕਦਾ ਹੈ, ਸੈਂਟਰਲ ਬੈਂਕ ਕਰ ਸਕਦਾ ਹੈ। ਪ੍ਰਤੱਖ ਕਾਰਵਾਈ ਜਿਹਨੂੰ ਅਸੀਂ ਕਹਿੰਦੇ ਪ੍ਰਤੱਖ ਕਾਰਵਾਈ, ਜਿਵੇਂ ਇੱਥੇ ਲਿਖਿਆ ਹੈ ਪ੍ਰਤੱਖ ਕਾਰਵਾਈ ਭਾਵ ਸਖਤੀ ਕਰਦਾ ਹੈ, ਉਹਨਾਂ ਤੇ ਜੁਰਮਾਨਾ ਲਗਾਉਂਦਾ। ਤੁਸੀਂ ਅਖਬਾਰਾਂ 'ਚ ਪੜ੍ਹਿਆ ਹੋਏਗਾ ਪਿਛਲੇ ਦਿਨੇ ਕਈ ਬੈਂਕਾਂ ਦੇ ਉੱਤੇ ਬੈਂਕ ਆਰਬੀਆਈ ਨੇ ਜੁਰਮਾਨਾ ਲਗਾਇਆ। ਈਵਨ ਇੱਕ ਦੋ ਬੈਂਕ ਜਿਹੜੇ ਸੀਗੇ ਉਹਨਾਂ ਨੂੰ ਛੋਟੇ ਬੈਂਕਾਂ ਨੂੰ ਬੰਦ ਵੀ ਕੀਤਾ। ਠੀਕ ਹੈ, ਅਗਰ ਉਹਨੂੰ ਲੱਗਦਾ ਹੈ ਤੇ ਪ੍ਰਭਾਵ ਪ੍ਰਤੱਖ ਕਾਰਵਾਈ ਹੋ ਸਕਦੀ ਹੈ। ਔਰ ਨੈਤਿਕ ਪ੍ਰਭਾਵ ਦੀ ਗੱਲ ਕਰੀਏ, ਸਿੱਧੀ ਕਾਰਵਾਈ ਨਹੀਂ ਕਰਦੇ ਹੋਵਾਂਗੇ ਕੁਝ, ਜਿਸ ਤਰ੍ਹਾਂ ਆਪਾਂ ਉਹ ਮੈਂ ਕੋਸ਼ਿਸ਼ ਕਰਦਾ ਮੈਂ ਸਮਝਣ ਦੀ ਕਿ ਜਿਸ ਤਰ੍ਹਾਂ ਸਾਡੇ ਰਾਸ਼ਟਰਪਤੀ ਜੀ ਹੁੰਦੇ ਨੇ ਉਹ ਕਈ ਵਾਰ ਨੈਤਿਕ ਪ੍ਰਭਾਵ ਦਿੰਦੇ ਹੈਗੇ ਨੇ ਕਿ ਵੀ ਸਰਕਾਰ ਨੂੰ ਇਸ ਤਰ੍ਹਾਂ ਚੱਲਣਾ ਚਾਹੀਦਾ ਹੈ, ਸ਼ਾਇਦ ਮੈਂ ਸਮਝਦਾ ਹੈਗਾ ਕਿ ਉਸ ਤਰ੍ਹਾਂ ਦਾ ਨੈਤਿਕ ਪ੍ਰਭਾਵ ਕੇਂਦਰੀ ਬੈਂਕ ਦਿੰਦਾ ਹੋਊਗਾ ਆਪਣੇ ਕਮਰਸ਼ੀਅਲ ਬੈਂਕਸ ਨੂੰ ਕਿ ਬਈ ਬੈਂਕ ਨੂੰ ਇਸ ਤਰ੍ਹਾਂ ਕਰਨਾ ਚਾਹੀਦਾ ਹੈ, ਮੇਰੀ ਨੀਤੀ ਹੈ ਕਿ ਤੁਹਾਨੂੰ ਇਹ ਕਰਨਾ ਚਾਹੀਦਾ ਹੈ ਨੀਤੀ ਦੇ ਰੂਪ ਵਿੱਚ। ਇਸੇ ਤਰੀਕੇ ਦੇ ਨਾਲ ਉਹ ਉਹਨਾਂ ਨੂੰ ਪਾਲਿਸੀ ਮੇਕਿੰਗ ਦੇ ਵਿੱਚ ਕਰਦਾ ਹੈ ਵੀ ਨੈਤਿਕ ਪ੍ਰਭਾਵ ਹੈ ਵੀ ਤੁਸੀਂ ਇਸ ਤਰੀਕੇ ਦੇ ਨਾਲ ਮਾਰਕੀਟ 'ਚ ਕੰਮ ਕਰਨਾ। ਜੋ ਮੈਂ ਗਾਈਡਲਾਈਨ ਦਿੱਤੀ ਹੈ, ਜੋ ਗਾਈਡਲਾਈਨ ਕਿਸੇ ਦੇਸ਼ ਦਾ ਸੈਂਟਰਲ ਬੈਂਕ ਦਿੰਦਾ ਹੈ, ਕਮਰਸ਼ੀਅਲ ਬੈਂਕ ਨੂੰ ਉਹਦੇ ਮੁਤਾਬਕ ਕੰਮ ਕਰਨਾ ਪੈਂਦਾ ਹੈ। ਇਹ ਬਾਈ ਲਾਅ ਉਹਨਾਂ ਨੂੰ ਮੰਨਣਾ ਹੀ ਪੈਂਦਾ ਹੈ, ਔਰ ਇਸ ਤਰੀਕੇ ਦੇ ਨਾਲ ਉਹ ਉਹਨਾਂ ਨੂੰ ਸਹਿਮਤ ਕਰ ਲੈਂਦਾ ਹੈ ਕਿ ਤੁਸੀਂ ਉਹੀ ਪਾਲਿਸੀ, ਉਹੀ ਰੇਟ ਆਫ ਇੰਟਰਸਟ, ਉਹੀ ਚੀਜ਼ ਜਿਹੜੀ ਤੁਸੀਂ ਲਾਗੂ। ਔਰ ਜਿਹੜਾ ਬੈਂਕ ਨਹੀਂ ਮੰਨਦਾ ਫਿਰ ਉਸ ਤੇ ਉਹਨੂੰ ਜੁਰਮਾਨੇ ਦਾ ਪ੍ਰਾਵਧਾਨ ਵੀ ਹੈ। ਉਹ ਕੇਂਦਰੀ ਬੈਂਕ ਜਿਹੜਾ ਉਹ ਜਿਹੜਾ ਦੂਸਰੇ ਬੈਂਕ ਨੇ ਵਪਾਰਕ ਬੈਂਕਾਂ ਦੇ ਕਰੇ। ਜੀ ਮੈਂ ਉਹ ਗੱਲ ਕਰ ਰਿਹਾ ਸੀ ਨਾ ਕਿ ਕਿਸ ਤਰ੍ਹਾਂ ਛੋਟੇ ਛੋਟੇ ਪਰਸੈਂਟੇਜ ਹੈਗੇ, ਕਿਉਂਕਿ ਆਹ ਚੀਜ਼ਾਂ ਅਸੀਂ ਵੇਖਦੇ ਹੈਗੇ ਨਿਊਜ਼ ਵਿੱਚ ਕਿ ਬੈਂਕ ਦਾ ਰਾਹ ਚੱਲ ਰਹੀ ਹੈ, ਰੈਪੋ ਰੇਟ ਆ ਚੱਲ ਰਹੀ ਹੈ, ਰਿਵਰਸ ਰੈਪੋ ਰੇਟ ਆ ਚੱਲ ਰਹੀ ਹੈਗੀ ਆ। ਹੁਣੇ ਤੁਸੀਂ ਸੀਆਰ ਦੀ ਗੱਲ ਕੀਤੀ, ਐਲਆਰ ਦੀ ਗੱਲ ਕੀਤੀ, ਠੀਕ ਹੈ ਨਾ, ਤੇ ਇਹ ਕਿਸ ਤਰ੍ਹਾਂ ਪੁਆਇੰਟਸ ਦੇ ਜਿਹੜਾ ਫਰਕ ਪਾਉਂਦੇ ਹੈਗੇ ਆ। ਤੇ ਸਾਨੂੰ ਲੱਗਦਾ ਕਿਉਂਕਿ ਆਪਾਂ ਜਦੋਂ ਵੇਖੀਏ ਨਾ ਵੀ 6.15 ਹੈਗਾ ਆ ਤੇ ਸੋਚਦੇ ਵੀ ਇੰਨੀ ਕਿ ਲੋੜ ਪੈ ਗਈ ਸੀ, ਇਹਨੂੰ 6 ਹੀ ਕਰ ਲੈਂਦੇ, 6.5 ਹੀ ਕਰ ਲੈਂਦੇ, ਮਗਰ ਜਦੋਂ ਅਸੀਂ ਸਮਝਾਉਂਦੇ ਆ ਕਿ ਉਹ ਲੱਖਾਂ ਕਰੋੜਾਂ ਦਾ ਫਰਕ ਪਾਉਂਦਾ ਹੈਗਾ, ਇਹਦੇ ਬਾਰੇ ਥੋੜਾ ਦੇਖੋ ਇੱਕ ਚੀਜ਼ ਬੜੀ ਇੰਪੋਰਟੈਂਟ ਹੈ, ਇਹਨਾਂ ਉਪਕਰਨਾਂ ਨੂੰ ਅਸੀਂ ਪਹਿਲੇ ਕਲੀਅਰ ਕਰ ਹੀ ਦਿੱਤਾ ਹੈ, ਡਿਸਕਸ ਕਰ ਲਿਆ। ਬੈਂਕ ਰੇਟ, ਰੈਪੋ ਰੇਟ, ਰਿਵਰਸ ਰੈਪੋ ਰੇਟ, ਜਿਹੜਾ ਸੀਆਰਆਰ ਐਸਐਲਆਰ ਬਾਰੇ ਗੱਲ ਕੀਤੀ ਹੈ। ਜੋ ਇਹ ਤੁਹਾਨੂੰ ਨਜ਼ਰ ਆ ਰਹੇ ਨੇ ਇਹ ਲਗਭਗ ਕਰੰਟ ਨੇ, ਔਰ ਜਿਸ ਦਿਨ ਹਰ ਮਹੀਨੇ ਜਾਂ ਜਦੋਂ ਵੀ ਮੋਨਿਟਰੀ ਪਾਲਿਸੀ ਦੀ ਜਿਹੜੀ ਕਰਨ ਵਾਸਤੇ ਜਿਹੜੀ ਬੈਠਕ ਬੈਠਦੀ ਹੈ ਰਿਜ਼ਰਵ ਬੈਂਕ ਦੀ, ਤਾਂ ਉਹਦੇ ਵਿੱਚ ਇਹਨਾਂ ਨੂੰ ਚੇਂਜ ਵੀ ਕੀਤਾ ਜਾਂਦਾ। ਤੁਸੀਂ ਵਿਦਿਆਰਥੀਆਂ ਨੂੰ ਇੱਕ ਪ੍ਰੋਜੈਕਟ ਦੇ ਸਕਦੇ ਹੋ ਕਿ ਤੁਸੀਂ ਆਪਣੇ ਇੰਟਰਨੈਟ ਦੇ ਉੱਤੇ ਇਹ ਜਿਹੜੀਆਂ 5 ਨੇ ਹੁਣ ਕਿੰਨੇ ਨੇ ਉਹਨਾਂ ਦੇ ਡਿਫਰੈਂਸ ਦੱਸੋ, ਪਿਛਲੇ ਸਾਲ ਕਿੰਨੇ ਸੀਗੇ। ਹਰ ਤਿੰਨੇ ਐਮਪੀਸੀ ਜਦੋਂ ਬਹਿੰਦੀ ਹੈ ਮੋਨਿਟਰੀ ਪਾਲਿਸੀ ਕਮੇਟੀ ਜਿਹੜੀ ਬਹਿੰਦੀ ਹੈ ਚੰਗਾ ਪ੍ਰੋਜੈਕਟ ਹੋ ਸਕਦਾ ਮੈਨੂੰ ਲੱਗਦਾ, ਉਹ ਕਿੰਨਾ ਚੇਂਜ ਕਰ ਰਹੀ ਹੈ, ਠੀਕ ਹੈ, ਕਿਉਂ ਕਰ ਰਹੀ ਹੈ, ਉਹਦੇ ਨਾਲ ਕੀ ਫਰਕ ਕਿੰਨਾ ਪੈ ਰਿਹਾ ਹੈ, ਕਿੰਨਾ ਡਿਫਰੈਂਸ ਆ ਰਿਹਾ। ਦੇਖੋ ਬੈਂਕ ਰੇਟ 6.5 ਕਰ ਦਿੱਤਾ, ਰੈਪੋ ਰੇਟ ਜਿਹੜਾ ਹੈ 5.9 ਹੈ, ਰਿਵਰਸ ਰੈਪੋ ਰੇਟ 3.35 ਹੈ, ਜਿਹੜਾ ਸੀਆਰਆਰ ਜਿਹੜਾ ਸਾਡਾ 4.5 ਹੈ, ਜਿਹੜਾ ਐਸਐਲਆਰ 18 ਐਟ ਪ੍ਰੈਜ਼ੈਂਟ ਹੈ, ਔਰ ਇਹ ਚੇਂਜ ਵੀ ਹੁੰਦੇ ਰਹਿਣਗੇ। ਤੁਸੀਂ ਦੇਖੋਗੇ ਕਿ ਸ਼ਾਇਦ ਜਿਹੜੀ ਅਗਲੀ ਮੀਟਿੰਗ ਹੋਏਗੀ ਜਨਵਰੀ ਦੇ ਵਿੱਚ ਰਿਜ਼ਰਵ ਬੈਂਕ ਦੀ, ਹੋਰ ਚੇਂਜ ਤੁਹਾਨੂੰ ਚੇਂਜਸ ਦੇਖਣ ਨੂੰ ਮਿਲਣਗੇ। ਪਰ ਬੱਚਿਆਂ ਲਈ ਇਹ ਪ੍ਰੋਜੈਕਟ ਹੋ ਸਕਦਾ ਕਿ ਤੁਸੀਂ ਕਿੰਨਾ ਹੈ ਪਤਾ ਕਰੋਗੇ ਹੁਣ ਕਿੰਨਾ ਚੇਂਜ ਹੋਇਆ। ਜਦੋਂ ਵੀ ਸਾਨੂੰ ਆ ਖਬਰ ਮਿਲ ਜਾਂਦੀ ਹੈ ਕਿ ਚੇਂਜ ਹੋ ਗਿਆ ਆ ਤੇ ਆਪਾਂ ਉਹਨਾਂ ਨੂੰ ਕਹਿ ਸਕਦੇ ਹਾਂ ਕਿ ਤੁਸੀਂ ਇਹ ਪਤਾ ਕਰਕੇ ਆਓ ਕਿ ਹੁਣ ਆਪਾਂ ਜਿਹੜਾ ਬੈਂਕ ਦਾ ਰੈਪੋ ਰੇਟ ਆ, ਵਿਪਰੀਤ ਰੈਪੋ ਰੇਟ ਹੈਗੀ ਆ, ਉਹ ਕਿੰਨਾ ਹੋ ਗਈ ਆ ਤੇ ਪਹਿਲਾਂ ਕਿੰਨੀ ਹੈਗੀ ਸੀ, ਤੇ ਬਾਅਦ ਚ ਆਪਾਂ ਉਹਨਾਂ ਨੂੰ ਪੁੱਛ ਸਕਦੇ ਹਾਂ ਕਿ ਜੇ ਇਹਦਾ ਪ੍ਰਭਾਵ ਕੀ ਪੜੇਗਾ। ਠੀਕ ਹੈ ਜੀ, ਠੀਕ ਆ। ਹੁਣ ਦੇਖੋ ਮੈਂ ਪਹਿਲੇ ਗੱਲ ਕੀਤੀ ਸੀ ਕਿ ਘੱਟ ਮੰਗ ਔਰ ਵੱਧ ਮੰਗ ਦੀ ਕੰਡੀਸ਼ਨ ਦੇ ਵਿੱਚ ਦੋਨਾਂ ਦੇ ਵਿੱਚ ਜਿਹੜੀ ਮੋਨਿਟਰੀ ਪਾਲਿਸੀ ਹੈ, ਮੌਦਰਿਕ ਨੀਤੀ ਹੈ, ਕਿਸੇ ਵੀ ਜਿਹੜੇ ਸੈਂਟਰਲ ਬੈਂਕ ਦੁਆਰਾ ਉਹ ਅਲੱਗ-ਅਲੱਗ ਹੁੰਦੀ ਹੈ, ਔਰ ਉਹਦੇ ਕਿਸ ਤਰੀਕੇ ਵਰਤੋਂ ਕੀਤੀ ਜਾਂਦੀ। ਬੜੇ ਸਿੰਪਲ ਤਰੀਕੇ ਨਾਲ ਦਿਖਦੇ। ਦੇਖੋ ਜਦੋਂ ਘੱਟ ਮੰਗ ਨੂੰ ਠੀਕ ਕਰਨਾ, ਘੱਟ ਮੰਗ ਜਾਂ ਡਿਫਲੇਸ਼ਨ ਵਾਲੀ ਕੰਡੀਸ਼ਨ, ਡਿਫਲੇਸ਼ਨ ਦੀ ਕੰਡੀਸ਼ਨ ਦੇਸ਼ ਦੇ ਵਿੱਚ ਮੰਦੀ ਦਾ ਦੌਰ ਚੱਲ ਰਿਹਾ, ਤੇ ਕੀ ਹੋਏਗਾ, ਬੈਂਕ ਦਰ ਵਿੱਚ ਕਮੀ ਕੀਤੀ ਜਾਵੇ, ਠੀਕ ਹੈ, ਲੋਕੀ ਬੈਂਕ 'ਚ ਪੈਸਾ ਜਮ੍ਹਾਂ ਕਰਾਉਣ ਦੀ ਬਜਾਏ ਮਾਰਕੀਟ ਦੇ ਵਿੱਚ ਚੀਜ਼ਾਂ ਖਰੀਦਣਗੇ, ਰੈਪੋ ਦਰ ਵਿੱਚ ਕਮੀ ਕੀਤੀ ਜਾਏ, ਠੀਕ ਹੈ, ਉਹਨੂੰ ਕਹਾਂ ਵੀ ਦੇਖੋ ਐਰੋ ਦੇ ਕੀ ਨਾਲ ਬਣੇ ਨੇ, ਮਤਲਬ ਕਾਊਂਟ ਕੀਤਾ, ਹੋਰ ਘਟਾ
ਰਿਵਰਸ ਰੈਪੋ ਰੇਟ ਤੇ ਘੱਟ ਕੀਤਾ ਜਾਵੇ, ਠੀਕ ਹੈ ਜੀ। ਨਗਰ ਨਿਧੀ ਅਨੁਪਾਤ ਜਿਹੜਾ ਹੈ, ਕੈਸ਼ ਰਿਜ਼ਰਵ ਰੇਸ਼ੋ ਜਿਹੜਾ ਹੈ ਉਹ ਘਟਾਇਆ ਜਾਵੇ। ਕਾਨੂੰਨੀ ਤਰਲਾਂ ਅਨੁਸਾਰ SLR ਜਿਹੜਾ ਹੈ ਉਹ ਘਟਾਇਆ ਜਾਵੇ। ਕਰਜ਼ਿਆਂ ਦੀ ਸਮਾਨਤ ਲੋੜਾਂ 'ਚ ਕਮੀ ਕੀਤੀ ਜਾਵੇ ਔਰ ਖੁੱਲੇ ਬਾਜ਼ਾਰ ਵਿੱਚ ਕਿਰਿਆਵਾਂ ਅਧੀਨ ਪ੍ਰਤੀਭੂਤੀਆਂ ਨੂੰ ਖਰੀਦਿਆ ਜਾਵੇ। ਜੀ ਇतना ਪੈਸਾ ਜ਼ਿਆਦਾ ਆ ਜਾਏਗਾ ਮਾਰਕੀਟ। ਨੈਚੁਰਲੀ ਗੱਲ ਹੈ, ਦੇਖੋ ਮਾਰਕੀਟ ਜਿਹੜੇ ਬੌਂਡ ਜਾਂ ਸਿਕਿਉਰਿਟੀ ਜਿਹੜੀ ਗਵਰਨਮੈਂਟ ਸਿਕਿਉਰਿਟੀਜ਼ ਨੇ, ਜਦੋਂ ਉਹਨੂੰ ਰਿਜ਼ਰਵ ਬੈਂਕ ਖਰੀਦੇਗਾ ਤੇ ਉਹ ਖਰੀਦਣ ਦੇ ਨਾਲ ਪੈਸਾ ਮਾਰਕੀਟ 'ਚ ਆਏਗਾ, ਉਹ ਚੀਜ਼ ਜਿਹੜੀ ਹੈ ਸਰਕਾਰ ਕੋਲ ਆਏਗੀ। ਬਹੁਤ ਇਸ ਤਰੀਕੇ ਦੇ ਨਾਲ ਉਹਦੀ ਘੱਟ ਮੰਗ ਜਿਹੜੀ ਹੈ ਉਹ ਠੀਕ ਹੈਗੇ ਜੇ, ਤੇ ਕਿੰਨਾ ਆਸਾਨ ਹੋ ਜਾਂਦਾ ਇਹਨਾਂ ਚੀਜ਼ਾਂ ਨੂੰ ਸਮਝਣਾ, ਕਿਉਂਕਿ ਵੈਸੇ ਆ ਜਦੋਂ ਅਸੀਂ ਪੜ੍ਹਦੇ ਆ ਸੁਣਦੇ ਆ ਸਾਨੂੰ ਥੋੜਾ ਔਖਾ ਜਿਹਾ ਮਹਿਸੂਸ ਹੁੰਦਾ ਹੈ ਕਿ ਭਈ ਇਹ ਕੀ ਚੀਜ਼ਾਂ ਹੈਗੀਆਂ ਨੇ। ਹੁਣ ਤੁਸੀਂ ਆ ਬੜਾ ਵਧੀਆ ਕਲੀਅਰ ਕੀਤਾ ਕਿ ਕਿਸ ਤਰ੍ਹਾਂ ਇਹ ਛੋਟੀ ਛੋਟੀ ਚੀਜ਼ਾਂ ਆਪਾਂ ਨੂੰ ਕਰਕੇ ਅਸੀਂ ਬੈਂਕ, ਸੈਂਟਰਲ ਬੈਂਕ ਜਿਹੜਾ ਹੈਗਾ ਆ ਕਿਤੇ ਨਾ ਕਿਤੇ ਮਹਿੰਗਾਈ ਦਰ ਨੂੰ ਵਧਾ ਘਟਾ ਰਿਹਾ ਹੁੰਦਾ, ਡਿਮਾਂਡ ਨੂੰ ਵਧਾ ਘਟਾ ਰਿਹਾ ਹੁੰਦਾ ਹੈਗਾ ਆ ਜੀ। ਹੁਣ ਇਸੇ ਤਰੀਕੇ ਨਾਲ ਦੇਖੋ, ਪਹਿਲੇ ਅਸੀਂ ਘੱਟ ਮੰਗ ਦੀ ਗੱਲ ਕੀਤੀ, ਵੱਧ ਮੰਗ ਦੇ ਵਿੱਚ ਜਿਹੜੇ ਮੌਦਰਿਕ ਨੀਤੀ ਦੇ ਉਹ ਵੀ ਉਪਕਰਨ ਨੇ, ਉਪਕਰਨ ਸੇਮ ਨੇ, ਇਨਸਟਰੂਮੈਂਟ ਸੇਮ ਨੇ, ਉਹਨੂੰ ਆਪੋਜੀਟ ਕਰਦੀ ਹੈ, ਉਹਨੂੰ ਆਪੋਜਿਟ ਕਰਦੀ ਹਾਂ। ਬੱਚਿਆਂ ਦੇ ਹਾਂ, ਮਤਲਬ ਮੈਂ ਸੋਚਦਾ ਹੁੰਦਾ ਕਿ ਕਿੰਨਾ ਆਸਾਨ ਆ। ਮਤਲਬ ਅਸੀਂ ਨਾ ਕੱਲ MA ਸਾਈਕੋਲੋਜੀ ਦਾ ਪੇਪਰ ਦੇ ਰਹੇ ਹੈਗੇ ਹਾਂ, ਉਹਦੇ 'ਚ ਇੱਕ ਨਾ ਟਾਈਪ A ਪਰਸਨੈਲਿਟੀ ਹੁੰਦੀ ਹੈ। ਹੁਣ ਉਹਦੇ ਨਾਲ 10-15 ਗੁਣ ਹੈਗੇ ਨੇ ਕਿ ਵੀ ਟਾਈਪ A ਵਾਲਾ ਇਸ ਤਰ੍ਹਾਂ ਹੁੰਦਾ। ਅਸੀਂ ਕੀ ਕਰਦੇ ਹਾਂ, ਟਾਈਪ B ਨੂੰ ਯਾਦ ਹੀ ਨਹੀਂ ਕਰਦੇ ਹੈਗੇ, ਉਹਦੇ ਉਲਟ ਲਿਖ, ਕਿਉਂਕਿ ਉਲਟ ਲਿਖ ਦੇਣਾ ਹੈਗਾ। ਤੇ ਮੈਂ ਐਜ਼ ਅ ਟੀਚਰ ਕਈ ਵਾਰ ਸੋਚਦਾ ਹੁੰਦਾ ਕਿ ਕੁਝ ਚੀਜ਼ਾਂ ਇਸ ਤਰ੍ਹਾਂ ਦੀਆਂ ਆਉਂਦੀਆਂ ਹੈਗੀਆਂ ਨੇ ਐਗਜ਼ਾਮ ਵਿੱਚ ਕਿ ਜਦੋਂ ਐਗਜ਼ਾਮੀਨੇਸ਼ਨ ਪੁਆਇੰਟ ਆਫ View ਤਾਂ ਨਹੀਂ, ਬੱਚੇ ਨੂੰ ਬੜਾ ਕਲੀਅਰ ਕਰ ਸਕਦੇ ਨੇ ਕਿ ਬੱਚੇ ਜੇ ਤੂੰ ਆਹ ਪੜ੍ਹ ਲਿਆ ਹੈਗਾ ਨਾ, ਹੁਣ ਦੂਸਰਾ ਤਾਂ ਤੇਰਾ ਯਾਦ ਹੋ ਹੀ ਗਿਆ। ਇਹ ਕੁਐਸਚਨ ਲਈ ਤੂੰ ਇੰਨੀ ਜਦੋਜਹਿਦ ਨਹੀਂ ਕਰਨੀ, ਸਿਰਫ ਲੌਜਿਕ ਕਲੀਅਰ ਰੱਖਣਾ ਆ। ਅਗਰ ਤੇਰਾ ਲੌਜਿਕ ਕਲੀਅਰ ਹੋ ਗਿਆ ਤਾਂ ਤੂੰ ਆਹ ਕੁਐਸਚਨ ਵੀ ਕਰ ਲੇਗਾ। ਹੁਣ ਵੇਖਣ 'ਚ ਕਿੰਨਾ ਵੱਡਾ ਲੱਗ ਰਿਹਾ, ਮਗਰ ਤੁਸੀਂ ਕਿੰਨੀ ਆਸਾਨੀ ਨਾਲ ਦੇਖੋ ਘੱਟ ਮੰਗ ਵਾਲੇ ਅਸੀਂ ਪੜ੍ਹੇ ਸੀਗੇ, ਉਸ ਤੋਂ ਉਲਟ ਹੋ ਗਿਆ। ਜਦੋਂ ਵੱਧ ਮੰਗ ਦੀ ਗੱਲ, ਇਨਫਲੇਸ਼ਨ ਹੋਈ ਹੋਈ ਹੈ, ਯਾਨੀ ਦੇਸ਼ 'ਚ ਬਹੁਤ ਜ਼ਿਆਦਾ ਕੀਮਤਾਂ ਵੱਧ ਰਹੀਆਂ, ਰੋਜ਼ਗਾਰ ਘਟ ਰਿਹਾ, ਉਸ ਕੰਨੀ ਚ ਬੈਂਕ ਕੀ ਕਰੇਗਾ, ਬੈਂਕ ਦਰ ਚ ਵਾਧਾ ਕਰਤਾ ਜਾਏਗਾ। ਲੋਕੀ ਜਿਹੜੇ ਬੈਂਕ ਦੇ ਵਿੱਚ ਪੈਸਾ ਜ਼ਿਆਦਾ ਜਮਾ ਕਰਾਉਣਗੇ। ਅੱਛਾ, ਸਾਰੇ ਵਧਣ ਦੇ ਵੀ ਆਸਾਨ ਹੈ। ਕੁਐਸਚਨ ਦੇ ਪੁਆਇੰਟ ਆਫ View ਨੂੰ ਸਮਝਣਾ ਚਾਹੁੰਦਾ ਹਾਂ ਕਿ ਉਧਰ ਸਾਰੀ ਚੀਜ਼ਾਂ ਆਪਾਂ ਘਟਾ ਰਹੇ ਹਾਂ, ਇੱਧਰ ਅਸੀਂ ਸਾਰੀਆਂ ਵਧਾ ਰਹੇ ਹਾਂ, ਸਾਰੀਆਂ ਵਧਾ ਰਹੇ, ਬਿਲਕੁਲ ਆਪੋਜੀਟ, ਬਿਲਕੁਲ ਟੋਟਲੀ ਆਪੋਜੀਟ ਸਾਰੀ ਕਰ ਰਹੇ, ਇਸ ਲਈ ਆਸਾਨ ਵੀ ਹੈ ਬੱਚੇ ਵਾਸਤੇ। ਦੇਖੋ ਰੈਪੋ ਰੇਟ, ਰਿਵਰਸ ਰੈਪੋ ਰੇਟ, SLR, CRR, ਫਿਰ ਉਸ ਤੋਂ ਬਾਅਦ ਸੀਮਾਂਤ ਲੋੜਾਂ ਚ ਵਾਧਾ ਕੀਤਾ ਜਾਂਦਾ। ਜਿਵੇਂ ਤੁਹਾਨੂੰ ਮੈਂ ਐਗਜ਼ਾਮਪਲ 골ਡ ਦੀ ਦਿੱਤੀ ਹੈ। 골ਡ ਦੀ ਇੱਕ ਸਿੰਪਲ ਐਗਜ਼ਾਮਪਲ ਹੈ ਕਿ ਜਦੋਂ ਮਾਰਕੀਟ ਦੇ ਵਿੱਚ ਵੱਧ ਮੰਗ ਦੀ ਠੀਕ ਕਰਨਾ ਹੈ ਤੇ ਤੁਸੀਂ 골ਡ ਦੇ ਉੱਤੇ ਜਿਹੜਾ ਕਰਜ਼ਾ ਹੈ ਉਹ ਘਟਾ ਦਿਓ। ਜੇ ਲੱਖ ਰੁਪਏ ਦਾ 골ਡ ਹੈ ਤੁਸੀਂ 60% ਦਿਓ। ਜੇ ਤੁਸੀਂ ਘੱਟ ਮੰਗ ਤੇ ਕਰਨਾ ਹੈ ਤੇ 60 ਦੀ ਬਜਾਏ 80 ਦੇ ਦਿਓ। ਇਹ ਦੋਨੋਂ ਪਾਸੇ। ਹੁਣ ਇਸ ਕਿਸ ਦੇ ਵੱਧ ਮੰਗ ਦੇ ਕੇਸ ਦੇ ਵਿੱਚੋਂ ਕੀ ਹੋਏਗਾ, ਘਟ ਜਾਏਗਾ। ਫॉर एग्जांपल ਲੱਖ ਦੇ 골ਡ ਦੇ ਉੱਤੇ 60% ਯਾਨੀ 60,000 ਰੁਪਏ ਉਹ ਲੋਨ ਲੈ ਸਕਦਾ ਹੈ ਇਹ ਕੰਡੀਸ਼ਨ ਦੇ ਵਿੱਚ। ਪਰ ਮੈਂ ਕੁਐਸਚਨ ਦੇ ਹਿਸਾਬ ਨਾਲ ਇਹੋ ਸਮਝਿਆ ਕਿ ਸਾਡੇ ਲਈ ਬੜਾ ਆਸਾਨ ਹੈਗਾ ਆ। ਜਿਸ ਤਰ੍ਹਾਂ ਮੈਂ ਇਹਨੂੰ ਫਿਰ ਬੈਕ ਕਰਾਂ ਕਿ ਜੇ ਘੱਟ ਮੰਗ ਨੂੰ ਠੀਕ ਕਰਨਾ ਆ ਫਿਰ ਹਰ ਚੀਜ਼ ਘਟਾ ਦਿਓ, ਜੇ ਫਿਰ ਆਪਾਂ ਵੱਧ ਮੰਗ ਨੂੰ ਠੀਕ ਕਰਨਾ ਤੇ ਹਰ ਚੀਜ਼ ਵਧਾ ਦਿਓ। ਤੇ ਕੁਐਸਚਨ ਦੇ ਵਿੱਚ ਹੀ ਆਨਸਰ ਹੈਗਾ ਜੀ। ਬਿਲਕੁਲ, ਦੇਖੋ ਇਹ ਚੀਜ਼ ਹੁਣ ਦੇਖੋ ਆਪਣੇ ਆਪ ਚ ਵਿਦਿਆਰਥੀ ਦੇ ਕੁਐਸਚਨ ਤਿਆਰ ਹੋ ਰਹੇ, ਹਰ ਇੱਕ ਸਲਾਈਡ ਦੇ ਵਿੱਚ ਆਪਣਾ ਇੱਕ ਕੁਐਸਚਨ ਜਿਹੜਾ ਵਿਦਿਆਰਥੀ ਕੋ ਮਿਲ ਰਿਹਾ। ਇੰਸਟਰੂਮੈਂਟ ਦੀ ਗੱਲ ਕੀਤੀ, ਕਿਹੜੇ ਕਿਹੜੇ ਇੰਸਟਰੂਮੈਂਟ ਨੇ ਉਹ ਅਸੀਂ ਡਿਸਕਸ ਕਰ ਲਿਆ, ਕੁਐਸਚਨ ਤਿਆਰ ਹੋ ਗਿਆ। ਵੱਧ ਮੰਗ ਨੂੰ ਠੀਕ ਕਰਨ ਦੀ ਮੌਦਰਿਕ ਨੀਤੀ ਕੀ ਹੈ, ਯਾਨੀ ਇਨਫਲੇਸ਼ਨ ਨੂੰ ਕੀ ਹੈਗਾ, ਕਲੀਅਰ ਹੋ ਗਿਆ। ਡਿਫਲੇਸ਼ਨ ਬਾਰੇ ਕੁਐਸਚਨ ਉਹ ਵੀ ਕਲੀਅਰ ਹੋ ਗਿਆ। ਯਾਨੀ ਹਰ ਇੱਕ ਸਲਾਈਡ ਆਪਣੇ ਆਪ ਚ ਇੱਕ ਛੋਟਾ ਛੋਟਾ ਕੁਐਸਚਨ ਜਿਹੜਾ ਈਵਨ ਕਿ 6 ਮਾਰਕਸ ਵਾਲਾ ਕੁਐਸਚਨ ਵੀ ਜੇ ਇਹਨੂੰ ਐਕਸਪਲੇਨ ਕੀਤਾ ਜਾਏ ਤੇ ਕਰ ਸਕਦੇ ਹਾਂ। ਔਰ ਇਹ ਤੇ ਸਭ ਤੋਂ ਇੰਪੋਰਟੈਂਟ ਜਿਹੜੇ ਸੁਝਾਅ ਨੇ ਕਿ ਕਿਸ ਤਰੀਕੇ ਅਸੀਂ ਬੱਚਿਆਂ ਨੂੰ ਕਰ ਸਕਦੇ, ਜਿਵੇਂ ਅਸੀਂ ਪਹਿਲੇ ਵੀ ਡਿਸਕਸ ਕੀਤਾ ਹੈ, ਤੁਸੀਂ ਵੀ ਡਿਸਕਸ ਕਰਦੇ ਪਏ ਸੀਗੇ ਕਿ ਕਿਸ ਤਰੀਕੇ ਉਹਨਾਂ ਨਾਲ ਪ੍ਰੈਕਟੀਕਲੀ ਉਹਨਾਂ ਨਾਲ ਡਿਸਕਸ ਕੀਤਾ ਜਾਏ, ਜਾਂ ਸਵੇਰੇ ਨਿਊਜ਼ ਦੇ ਵਿੱਚ ਜਿਹੜੀ ਇੱਕ ਇਕਨੋਮਿਕ ਨਿਊਜ਼ ਜਿਹੜੀ ਹੈ ਕੋਈ ਨਾ ਕੋਈ ਪੜ੍ਹੀ ਜਾਵੇ ਸਵੇਰ ਦੀ ਸਭਾ ਦੇ ਵਿੱਚ। ਔਰ ਇੱਥੇ ਵੀ ਕਿ ਅਰਥ ਵਿਵਸਥਾ ਦੀ ਘੱਟ ਮੰਗ ਦੀ ਸਥਿਤੀ ਨੂੰ ਠੀਕ ਕਰਨ ਲਈ ਸਸਤੀ ਮੌਦਰਿਕ ਨੀਤੀ ਅਪਣਾਣੀ ਜਾਣੀ ਚਾਹੀਦੀ ਹੈ। ਇਹ ਵਿਦਿਆਰਥੀਆਂ ਕੋ ਪੁੱਛਣਾ ਮੇਰੇ ਖਿਆਲ 'ਚ ਬਣਦਾ ਹੈ ਕਿ ਅਸੀਂ ਦੇਖੀਏ ਕਿ ਵਿਦਿਆਰਥੀ ਦੱਸਣ ਵੀ ਕਿਸ ਤਰੀਕੇ ਦੀ ਨੀਤੀ ਅਪਣਾਣੀ ਚਾਹੀਦੀ ਹੈ। ਕਿ ਤੁਸੀਂ ਅਗਰ RBI ਵਿੱਚ ਹੁੰਦੇ, ਹਾਂ ਬਿਲਕੁਲ ਬਿਲਕੁਲ, ਠੀਕ ਹੈ ਨਾ, ਫਸਟ ਐਗਜ਼ਾਮਪਲ ਲੈ ਸਕਦੇ ਹਾਂ ਨਾ, ਤੁਸੀਂ ਇੱਥੇ ਬੈਠੇ ਕੀ ਸੋਚ ਕੀ ਕੰਮ ਕਰ, ਤੁਸੀਂ ਅਗਰ ਗਵਰਨਰ ਹੁੰਦੇ ਤੇ ਤੁਸੀਂ ਕੀ ਕਰ ਰਹੇ ਹੁੰਦੇ। ਜਿਸ ਤਰ੍ਹਾਂ ਆਪਾਂ ਕਹਿੰਦੇ ਨਾ ਮੈਂ ਦੇਸ਼ ਦਾ ਪ੍ਰਧਾਨ ਮੰਤਰੀ ਹੁੰਦਾ ਤੇ ਮੈਂ ਆਹ ਕਰ ਰਿਹਾ। ਬਿਲਕੁਲ ਤੇ ਸੇਮ ਐਜ਼ ਇਕਨੋਮਿਕਸ ਦੇ ਲੈਕਚਰਰ ਜਾਂ ਕਾਮਰਸ ਦੇ ਲੈਕਚਰਰ ਅਸੀਂ ਬੱਚਿਆਂ ਨੂੰ ਇਹ ਪ੍ਰੇਰਿਤ ਕਰੀਏ ਕਿ ਤੁਸੀਂ ਅਗਰ RBI ਦੇ ਗਵਰਨਰ ਹੁੰਦੇ ਤੇ ਫਿਰ ਕੀ ਕਰ ਰਹੇ ਹੋ। ਦੇਖੋ ਇਹ ਜਿਹੜਾ ਟੌਪਿਕ ਤੁਸੀਂ ਕਿਹਾ ਹੈ, ਸ਼ਾਇਦ ਅੱਜ ਤੱਕ ਮੈਂ ਕਿਸੇ ਵੀ ਐਸੇ ਦੀ ਬੁੱਕ ਜਾਂ ਕਦੀ ਨਹੀਂ ਕਿ if you are the governor of RBI ਤਾਂ ਤੁਸੀਂ ਕੀ ਕਰਦੇ। ਔਰ ਇਹ ਬੜਾ ਐਜ਼ ਅ ਸਟੂਡੈਂਟ ਆਫ ਇਕਨੋਮਿਕਸ, ਐਜ਼ ਅ ਅਰਥ ਸ਼ਾਸਤਰੀ ਮੈਂ ਸਮਝਦਾ ਕਿ ਜੇ ਇਹੋ ਜਿਹਾ ਬੱਚਿਆਂ ਕੋ ਕਦੀ ਲਿਖਵਾਇਆ ਜਾਏ ਤੇ ਬੱਚੇ ਬਹੁਤ ਵਧੀਆ ਤਰੀਕੇ ਨਾਲ ਲਿਖਣਗੇ ਜੇ ਉਹਨਾਂ ਨੂੰ ਅਸੀਂ ਸਮਝਾਇਆ ਉਹ ਟੌਪਿਕ ਨੂੰ। ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਰਾਜਿੰਦਰ ਜੀ, ਅਸੀਂ ਉਮੀਦ ਕਰਦੇ ਕਰਾਂਗੇ। ਤੇ ਮੈਂ ਟੀਚਰ ਸਾਹਿਬਾਨ ਨੂੰ ਵੀ ਆ ਦੱਸਣਾ ਚਾਹੁੰਦਾ ਹੈਗਾ ਜਿਹੜੇ ਆ ਵੀਡੀਓ ਵੇਖ ਰਹੇ ਆ ਕਿ ਜਦੋਂ ਤੁਸੀਂ ਸਰਦੀਆਂ ਦੀ ਛੁੱਟੀਆਂ ਦਾ ਆਨੰਦ ਮਾਣ ਰਹੇ ਹੈਗੇ ਨੇ, ਰਾਜਿੰਦਰ ਜੀ ਨੇ ਆਪਣਾ ਕੀਮਤੀ ਟਾਈਮ ਕੱਢਿਆ ਹੈਗਾ ਆ ਤੇ ਤੁਸੀਂ
ਤੁਸੀਂ ਵੇਖੋ ਮੈਂ ਬੜਾ ਹੈਰਾਨ ਹੁੰਦਾ ਆ ਰਾਜਵਿੰਦਰ ਜੀ, ਭਾਵੇਂ ਛੁੱਟੀ ਹੋਵੇ ਚਾਹੇ ਸਕੂਲ 'ਚ ਹੋ, ਤੁਹਾਡਾ ਹਰਦਮ ਧਿਆਨ ਇਹੋ ਹੀ ਹੁੰਦਾ ਆ ਕਿ ਵਿਦਿਆਰਥੀਆਂ ਵਾਸਤੇ ਤੇ ਖਾਸ ਕਰ ਟੀਚਰ ਟ੍ਰੇਨਿੰਗ ਪ੍ਰੋਗਰਾਮ ਵਾਸਤੇ ਆਪਾਂ ਕੀ ਕਰ ਸਕਦੇ ਆ ਕਿ ਜਿੱਥੇ ਸਾਰੇ ਅੱਜ ਕੀ ਨਾ ਆਏ ਆ, ਛੁੱਟੀਆਂ ਦਾ ਆਨੰਦ ਮਾਣ ਰਹੇ ਹੈਗੇ ਆ, ਤੁਸੀਂ ਠੰਡ ਵਿੱਚ ਟਾਈਮ ਕੱਢਿਆ, ਆ ਪੂਰਾ ਦਾ ਪੂਰਾ ਟੌਪਿਕ ਤਿਆਰ ਕੀਤਾ ਤੇ ਤੁਸੀਂ ਸਟੂਡੀਓ ਵਿੱਚ ਆਏ ਕਿ ਆ ਰਿਕਾਰਡਿੰਗ ਹੋ ਜਾਵੇ ਤੇ ਹਜ਼ਾਰਾਂ ਬੱਚਿਆਂ ਤੱਕ ਆ ਪਹੁੰਚ ਹੋ ਜਾਏ, ਤਾਂ ਕਿ ਜਿਹੜਾ 100% ਨਤੀਜੇ ਦੀ ਅਸੀਂ ਸੋਚ ਰੱਖ ਰਹੇ ਹੈਗੇ ਆ, ਸਾਡਾ ਟਾਰਗੇਟ ਹੈਗਾ ਕਿ ਹਰ ਬੱਚਾ ਪਾਸ ਹੋਵੇ। ਅੱਜ ਤੁਸੀਂ ਇੱਕ ਕੁਐਸਚਨ ਨੂੰ ਕਿੰਨੀ ਆਸਾਨੀ ਨਾਲ ਸਮਝਾਇਆ ਤੇ ਨਾਲ ਹੀ ਉਹਦਾ ਵਿਪਰੀਤ ਕੁਐਸਚਨ ਵੀ ਤੁਸੀਂ ਕਰਾਤਾ ਕਿ ਜੇ ਉਹ ਕੁਐਸਚਨ ਬਦਲ ਕੇ ਆ ਜਾਂਦਾ ਹੈ, ਐਗਜ਼ਾਮੀਨਰ ਤੁਹਾਨੂੰ ਪਾ ਦਿੰਦਾ ਆ, ਤਾਂ ਵੀ ਤੁਸੀਂ ਉਹਨੂੰ ਕਰ ਲੈਣਾ ਹੈਗਾ ਆ। ਤੇ ਅਸੀਂ ਬਹੁਤ ਧੰਨਵਾਦੀ ਹੈਗੇ, ਕਿਉਂਕਿ ਇਸ ਤਰ੍ਹਾਂ ਦੇ ਸਾਨੂੰ ਨਾ ਲੋੜ ਹੈਗੀ ਆ ਅਧਿਆਪਕਾਂ ਦੀ, ਜਿਹੜੇ ਕਿ ਛੁੱਟੀਆਂ ਨੂੰ ਛੁੱਟੀਆਂ ਨਾ ਸਮਝਣ, ਸਗੋਂ ਪ੍ਰੇਰਨਾ ਦੇਣ ਕਿ ਅਸੀਂ ਇਹਦੇ ਵਿੱਚ ਵੀ ਕੁਝ ਕਰਨਾ ਹੈਗਾ ਆ। ਚਾਹੇ ਤੁਸੀਂ ਐਕਸਟਰਾ ਕਲਾਸਾਂ ਲਗਾਉਂਦੇ ਰਹੇ, ਉਹ ਵੀ ਸਾਰਿਆਂ ਦੇ ਸਾਹਮਣੇ ਹੈਗਾ, ਡਿਪਾਰਟਮੈਂਟ ਜਾਣਦਾ ਹੀ ਆ, ਉਹਦੇ ਲਈ ਤੁਹਾਨੂੰ ਸਨਮਾਨਿਤ ਵੀ ਕੀਤਾ ਗਿਆ ਹੈਗਾ ਆ। ਤੇ ਜੇ ਤੁਸੀਂ ਛੁੱਟੀਆਂ ਵਿੱਚ ਟਾਈਮ ਕੱਢਿਆ, ਮੈਂ ਸਮਝਦਾ ਆ ਕਿ ਜਿਹੜੀ 100% ਵਾਲੀ ਸਾਡੀ ਨੀਤੀ ਹੈਗੀ ਆ, ਅਸੀਂ ਉਹਨੂੰ ਕਾਮਯਾਬ ਹੋਵਾਂਗੇ, ਉਹ 100% ਅਸੀਂ ਰਿਜ਼ਲਟ ਲੈ ਕੇ ਆਵਾਂਗੇ, ਜੋ ਸਰਕਾਰ ਨੇ ਟੀਚਰ ਦਿੱਤਾ ਹੈਗਾ ਉਹ ਅਸੀਂ ਕਰਾਂਗੇ। ਬਹੁਤ ਧੰਨਵਾਦ ਜੀ ਰਾਜਵਿੰਦਰ ਜੀ, ਤੁਸੀਂ ਸਾਡੇ ਵਿਚਕਾਰ ਆਏ, ਬਹੁਤ ਧੰਨਵਾਦ ਦੇ ਸ਼ਬਦ ਕੋਈ ਕਹਿਣਾ ਚਾਹੁੰਦੇ ਹੋ? ਨਹੀਂ ਬਸ ਥੈਂਕ ਯੂ ਜੀ। ਮੈਂ ਇਹ ਚਾਹਾਂਗਾ ਕਿ ਅਧਿਆਪਕ ਸਾਥੀਓ ਪਲੀਜ਼ ਇਸ ਵੀਡੀਓ ਨੂੰ ਜਰੂਰ ਦੇਖੋ ਔਰ ਆਪਣੇ ਜਿੰਨੇ ਵਿਦਿਆਰਥੀ ਹੈ ਉਹਨਾਂ ਨੂੰ ਆਪਣੇ ਪ੍ਰੋਜੈਕਟਸ ਤੁਹਾਡੇ ਕੋਲ ਸਾਰੇ ਸਕੂਲਾਂ 'ਚ ਲੱਗੇ ਹੋਏ ਨੇ, ਉਹਨਾਂ ਨੂੰ ਦਿਖਾਓ। ਕਈ ਕੰਸੈਪਟ ਨੂੰ ਕਿਸੇ ਦੁਆਰਾ ਦੂਜੇ ਦੁਆਰਾ ਕਿਹਾ ਜਾਏ ਤਾਂ ਬੰਦਾ ਈਜ਼ੀਲੀ ਸਮਝ ਲੈਂਦਾ ਹੈ, ਕਈ ਵਾਰੀ ਆਪਣੀ ਵਾਲੀ ਕਈ ਚੀਜ਼ ਨੂੰ ਵੀ ਸਹੀ ਤਰੀਕੇ ਨਹੀਂ ਸਮਝਿਆ ਜਾਂਦਾ। ਤੇ ਇਸ ਕਰਕੇ ਕੋਸ਼ਿਸ਼ ਕਰਿਆ ਕਰੋ ਕਿ ਵਿਦਿਆਰਥੀਆਂ ਨੂੰ ਅਲੱਗ-ਅਲੱਗ ਜਿਹੜੇ ਲੈਕਚਰਰਸ ਨੇ ਉਹਨਾਂ ਦੇ ਵੀਡੀਓ ਜਿਹੜੇ ਨੇ ਉਹ ਜ਼ਰੂਰ ਦਿਖਾਉਂਦੇ ਰਹੋ। ਜਿਵੇਂ ਮੈਂ ਤੁਹਾਨੂੰ ਐਗਜ਼ਾਮਪਲ ਦਿੱਤੀ ਹੈ, ਫ੍ਰੀ ਡਿਸ਼ ਦੇ ਉੱਤੇ ਬਹੁਤ ਸਾਰੇ ਈ ਵਿਦਿਆ ਚੈਨਲ ਜਾਂ ਸਵੈਮ ਪ੍ਰਭਾ ਚੈਨਲ ਚੱਲਦੇ ਨੇ, ਉਹਨਾਂ ਤੋਂ ਡਿਫਰੈਂਟ ਜਿਹੜੇ ਲੈਕਚਰਰ ਇੰਟਰਨੈਸ਼ਨਲ ਲੈਵਲ ਦੇ ਪਰਸਨੈਲਿਟੀਜ਼ ਨੇ, ਉਹਨਾਂ ਦੇ ਜਿਹੜੇ ਹੈਗੇ ਨੇ ਲੈਕਚਰ, ਉਹਨਾਂ ਤੋਂ ਵੀ ਉਹਨਾਂ ਨੂੰ ਰੂਬਰੂ ਕਰਵਾਓ ਤਾਂ ਕਿ ਉਹਨਾਂ ਦੀ ਨੌਲੇਜ 'ਚ ਵਾਧਾ ਹੋ ਸਕੇ। ਥੈਂਕ ਯੂ ਜੀ। ਨਵੇਂ ਸਾਲ ਦੀ ਆਪ ਸਭ ਨੂੰ ਬਹੁਤ ਬਹੁਤ ਮੁਬਾਰਕਾਂ ਜੀ। ਥੈਂਕ ਯੂ ਜੀ। ਥੈਂਕ ਯੂ।